ਪਲਾਂਟ ਕਿੰਗਡਮ। ਪ੍ਰੀਵੀਅਸ ਚੈਪਟਰ ਦੇ ਵਿੱਚ ਆਪਾਂ ਨੇ ਬਰੋਡ ਕਲਾਸੀਫਿਕੇਸ਼ਨ ਕੀਤੀ ਸੀ ਕਿ ਲਿਵਿੰਗ ਆਰਗੈਨਿਜ਼ਮਸ ਦੀ ਵਿਟੇਕਰ ਦੇ ਸਿਸਟਮ ਦੇ ਅੰਡਰ। ਠੀਕ ਹੈ, ਜਿੱਥੇ ਉਹਨੇ 5 ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਸੀਗੀ, ਮੋਨੇਰਾ, ਪਟਿਸਟਾ, ਫੰਜਾਈ, ਐਨੀਮੀਲੀਆ ਅਤੇ ਪਲਾਂਟੇ। ਇਸ ਚੈਪਟਰ ਦੇ ਵਿੱਚ ਆਪਾਂ ਕੀ ਆ ਕਿੰਗਡਮ ਪਲਾਂਟੇ ਬਾਰੇ ਪੜ੍ਹਾਂਗੇ, ਜਿਹਨੂੰ ਕਿ ਪਲਾਂਟ ਕਿੰਗਡਮ ਕਿਹਾ ਜਾਂਦਾ ਹੈ। We must stress here that our understanding of the plant kingdom has changed over the time. ਆਪਣੀ plant kingdom ਟਾਈਮ ਦੇ ਨਾਲ ਸਮੇਂ ਦੇ ਨਾਲ ਚੇਂਜ ਹੋਈ ਹੈ ਆਪਣੀ ਜਿਹੜੀ ਅੰਡਰਸਟੈਂਡਿੰਗ ਹੈਗੀ। ਠੀਕ ਹੈ, ਫੰਜਾਈ ਅਤੇ ਹੋਰ ਮੋਨੇਰਾ ਅਤੇ ਪਟਿਸਟਾ ਦੇ ਮੈਂਬਰਸ ਜਿਨ੍ਹਾਂ ਦੇ ਕੋਲ ਸੈਲ ਵਾਲਸ ਹੁੰਦੀਆਂ ਸੀਗੀਆਂ ਹੈ ਨਾ, ਉਹਨਾਂ ਨੂੰ ਪਹਿਲਾਂ ਪਲਾਂਟੇ ਦੇ ਵਿੱਚ ਐਡ ਕਰਿਆ ਗਿਆ ਸੀਗਾ ਲੇਅਰ ਕਲਾਸੀਫਿਕੇਸ਼ਨ ਦੇ ਵਿੱਚ, ਬਟ ਬਾਅਦ 'ਚ ਉਹਨਾਂ ਨੂੰ ਅਲੱਗ ਕਿੰਗਡਮ ਬਣਾ ਦਿੱਤਾ ਗਿਆ ਉਹਨਾਂ ਨੇ। ਸੋ ਜਿਹੜੇ ਸਿਆਨੋਬੈਕਟੀਰੀਆ ਨੇ, ਠੀਕ ਹੈ, ਜਿਹਨਾਂ ਨੂੰ ਪਹਿਲਾਂ ਹੁਣ ਵੀ ਬਲੂਗਿਨ ਐਲਗੇ ਵੀ ਕਿਹਾ ਜਾਂਦਾ, ਇਹ ਹੁਣ ਐਲਗੇ ਨਹੀਂ ਰਹੇ। ਠੀਕ ਹੈ, ਪਹਿਲਾਂ ਇਹਨਾਂ ਨੂੰ ਬਲੂਗਿਨ ਐਲਗੇ ਕਾਮਨ ਨਾਮ ਕਿਉਂ ਪਿਆ ਇਹਨਾਂ ਦਾ, ਕਿਉਂਕਿ ਪਹਿਲਾਂ ਨੂੰ ਪਲਾਂਟ ਕਿੰਗਡਮ ਦੇ ਅੰਡਰ ਐਲਗੇ ਦੇ ਅੰਡਰ ਰੱਖਿਆ ਗਿਆ ਸੀ ਤਾਂ ਕਰਕੇ। ਅਤੇ ਇਸ ਚੈਪਟਰ ਦੇ ਵਿੱਚ ਆਪਾਂ ਐਲਗੇ, ਬ੍ਰਿਓਫਾਈਟਸ, ਟੈਰਿਡੋਫਾਈਟਸ, ਜਿਮਨੋਸਪਰਮਸ ਅਤੇ ਐਂਜੀਓਸਪਰਮਸ ਨੂੰ ਪਲਾਂਟ ਕਿੰਗਡਮ ਦੇ ਅੰਡਰ ਪੜ੍ਹਾਂਗੇ। Let us look at the classification within angiosperms to understand some of the concerns that influence the classification systems. ਠੀਕ ਹੈ, ਆਪਾਂ ਕੀ ਹੈ ਐਂਜੀਓਸਪਰਮਸ ਦੀ ਕਲਾਸੀਫਿਕੇਸ਼ਨ ਦੇਖਾਂਗੇ, ਜਿਨ੍ਹਾਂ ਨੇ ਆਪਣੇ ਕੀ ਕਲਾਸੀਫਿਕੇਸ਼ਨ ਸਿਸਟਮ, ਮਤਲਬ ਆਪਾਂ ਐਂਜੀਓਸਪਰਮਸ ਦਾ ਐਗਜ਼ਾਮਪਲ ਲੈ ਕੇ ਦੇਖਾਂਗੇ ਕਿ ਕਿੱਦਾਂ ਆਪਣੇ ਕਲਾਸੀਫਿਕੇਸ਼ਨ ਦੀ ਅੰਡਰਸਟੈਂਡਿੰਗ ਚੇਂਜ ਹੋਈ ਹੈ, ਕਲਾਸੀਫਿਕੇਸ਼ਨ ਸਿਸਟਮ ਦੇ ਵਿੱਚ ਕਿੱਦਾਂ ਇਨਫਲੂਐਂਸ ਹੋਏਗਾ। ਠੀਕ ਹੈ, ਅਰਲੀਅਰ ਸਿਸਟਮ ਦੇ ਵਿੱਚ ਕੀ ਆ, ਜਿਹੜੇ ਅਰਲੀਅਰ ਸਿਸਟਮ ਦੀ ਕਲਾਸੀਫਿਕੇਸ਼ਨ ਦੀ, ਉਹਨਾਂ ਦੇ ਵਿੱਚ ਆਪਾਂ ਸਿਰਫ ਗਰੋਸ ਸੁਪਰਫਿਸ਼ੀਅਲ ਮੋਰਫੋਲੋਜੀਕਲ ਕੈਰੈਕਟਰਸ ਦੇਖਦੇ ਸੀ, ਜਿੱਦਾਂ ਕਿ ਹੈਬਿਟ, ਕਲਰ, ਨੰਬਰ ਐਂਡ ਸ਼ੇਪ ਆਫ ਲੀਵਸ ਹੋ ਗਈ। ਠੀਕ ਹੈ, ਇਹ ਮੇਨਲੀ ਕੀ ਆ ਵੈਜੀਟੇਟਿਵ ਕੈਰੈਕਟਰਸ ਦੇ ਉੱਪਰ ਬੇਸਡ ਸੀਗੇ ਜਾਂ ਫਿਰ ਐਂਡਰੋਸ਼ੀਅਮ ਸਟਰਕਚਰ ਦੇ ਉੱਪਰ ਬੇਸਡ ਸੀਗੇ। ਠੀਕ ਹੈ, ਆਪਾਂ ਕਿਹੜੇ ਸਿਸਟਮ ਦੀ ਗੱਲ ਕਰ ਰਹੇ ਹਾਂ, ਲੀਨੀਅਸ ਵਾਲੇ ਸਿਸਟਮ ਦੀ ਗੱਲ ਕਰ ਰਹੇ ਹਾਂ। ਉਹਦੇ ਵਿੱਚ ਜਿਹੜੀ ਕਲਾਸੀਫਿਕੇਸ਼ਨ ਸੀ ਗ੍ਰੋਸ ਸੁਪਰਫਿਸ਼ੀਅਲ ਮੋਰਫੋਲੋਜੀਕਲ ਕੈਰੈਕਟਰਸ ਦੇ ਉੱਪਰ ਬੇਸਡ ਸੀ, ਵੈਜੀਟੇਟਿਵ ਤੇ ਐਂਡਰੋਸ਼ੀਅਮ ਸਟਰਕਚਰ ਦੇ ਉੱਪਰ ਬੇਸਡ ਸੀਗੀ। ਅਤੇ ਇਹਨਾਂ ਸਿਸਟਮਸ ਨੂੰ ਆਰਟੀਫਿਸ਼ੀਅਲ ਕਿਹਾ ਗਿਆ ਕਿਉਂਕਿ ਇਹਨਾਂ ਨੇ ਕਿਹਾ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਨੂੰ ਸੈਪਰੇਟ ਕਰਤਾ ਅ ਫਿਊ ਕੈਰੈਕਟਰਿਸਟਿਕਸ ਦੇ ਬੇਸਿਸ ਦੇ ਉੱਪਰ। ਠੀਕ ਹੈ, ਬਸ ਵੀ ਉਹਨਾਂ ਨੇ ਦੇਖਿਆ ਵੀ ਕੁਝ ਫਿਊ ਕਰੈਕਟਰਿਸਟਿਕਸ ਉਹਨਾਂ ਕਲੋਜ਼ਲੀ ਰਿਲੇਟਡ ਸਪੀਸ਼ੀਜ਼ ਦੀ ਡਿਫਰ ਕਰਦੀਆਂ ਸੀ, ਇਸ ਕਰਕੇ ਉਹਨਾਂ ਨੂੰ ਉਹਨੇ ਸੈਪਰੇਟ ਕਰਤਾ, ਬਾਕੀ ਕਰੈਕਟਰਿਸਟਿਕਸ ਦੇਖੀਆਂ ਹੀ ਨਹੀਂ ਹੈਗੀਆਂ। ਠੀਕ ਹੈ, ਅਤੇ ਜਿਹੜੇ ਇਹ ਆਰਟੀਫਿਸ਼ੀਅਲ ਸਿਸਟਮ ਸੀ ਇਹ ਕੀ ਇਕੁਅਲ ਵੇਟੇਜ ਦਿੰਦੇ ਸੀਗੇ ਵੈਜੀਟੇਟਿਵ ਅਤੇ ਸੈਕਸ਼ੂਅਲ ਕਰੈਕਟਰਿਸਟਿਕਸ ਨੂੰ, ਜੋ ਕਿ ਐਕਸੈਪਟੇਬਲ ਨਹੀਂ ਹੈਗਾ। ਕਿਉਂ ਨਹੀਂ ਹੈਗਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਵੈਜੀਟੇਟਿਵ ਕਰੈਕਟਰਿਸਟਿਕਸ ਨੇ ਉਹ ਕੀ ਈਜ਼ੀਲੀ ਅਫੈਕਟ ਹੋ ਜਾਂਦੇ ਨੇ ਐਨਵਾਇਰਨਮੈਂਟ ਦੇ ਦੁਆਰਾ, ਜਦ ਕਿ ਜਿਹੜੇ ਸੈਕਸ਼ੂਅਲ ਕਰੈਕਟਰਿਸਟਿਕਸ ਨੇ ਉਹ ਨਹੀਂ ਹੁੰਦੇ। As against this, natural classification systems developed, which were based on natural affinities among the organisms and consider not only the external features but also the internal features like ultrastructure, anatomy, embryology, and phytochemistry. ਫਿਰ ਆਰਟੀਫਿਸ਼ੀਅਲ ਸਿਸਟਮ ਦੇ ਓਪੋਜ਼ਿਟ ਸਾਈਡ ਕੀ ਡਿਵੈਲਪ ਹੋਈ, ਨੈਚੁਰਲ ਕਲਾਸੀਫਿਕੇਸ਼ਨ ਸਿਸਟਮਸ ਡਿਵੈਲਪ ਹੋਏ, ਜਿਹੜੇ ਕਿ ਨੈਚੁਰਲ ਅਫਿਨਿਟੀਜ਼ ਦੇ ਉੱਪਰ ਡਿਪੈਂਡ ਸੀਗੇ ਅਤੇ ਸਿਰਫ ਐਕਸਟਰਨਲ ਫੀਚਰਸ ਹੀ ਨਹੀਂ ਕੰਸੀਡਰ ਕਰਦੇ ਸੀ, ਬਲਕਿ ਇੰਟਰਨਲ ਫੀਚਰਸ ਦੇ ਉੱਪਰ ਵੀ ਬੇਸਡ ਸੀ। ਇੰਟਰਨਲ ਫੀਚਰਸ ਕਿਹੜੇ ਕਿਹੜੇ, ਜਿੱਦਾਂ ਕਿ ਅਲਟਰਾਸਟਰਕਚਰ, ਐਨਾਟੋਮੀ, ਐਂਬਰੀਓਲੋਜੀ, ਫਾਈਟੋਕੈਮਿਸਟਰੀ। ਅਤੇ ਇਹ ਕਲਾਸੀਫਿਕੇਸ਼ਨ ਸਿਸਟਮ ਫਲਾਵਰਿੰਗ ਪਲਾਂਟਸ ਦੇ ਮਤਲਬ ਐਂਜੀਓਸਪਰਮਸ ਦੀ ਇਹ ਕਲਾਸੀਫਿਕੇਸ਼ਨ, ਨੈਚੁਰਲ ਕਲਾਸੀਫਿਕੇਸ਼ਨ ਕਿਹਨੇ ਕੀਤੀ ਸੀਗੀ, ਜਾਰਜ ਬੈਂਥਮ ਐਂਡ ਜੋਸੈਫ ਡਾਲਟਨ ਹੂਕਰ ਨੇ ਕੀਤੀ ਸੀਗੀ। ਠੀਕ ਹੈ, ਫੈਲੋਜੈਨੇਟਿਕ ਕਲਾਸੀਫਿਕੇਸ਼ਨ ਸਿਸਟਮ ਜਿਹੜੇ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਦੇ ਉੱਪਰ ਬੇਸਡ ਹੁੰਦੇ ਨੇ, ਅੱਜ ਦੇ ਸਮੇਂ ਦੇ ਵਿੱਚ ਉਹੀ ਐਕਸੈਪਟੇਬਲ ਨੇਗੇ। ਇਹ ਅਜ਼ਿਊਮ ਕਰਦੇ ਨੇ ਕਿ ਜਿਹੜੇ ਆਰਗੈਨਿਜ਼ਮ ਸੇਮ ਟੈਕਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਇੱਕ ਕਾਮਨ ਐਨਸੈਸਟਰ ਹੁੰਦਾ ਹੈਗਾ। ਅਤੇ ਆਪਾਂ ਹੋਰ ਕਾਫੀ ਸਾਰੇ ਸੋਰਸਿਸ ਤੋਂ ਅੱਜ ਇਨਫੋਰਮੇਸ਼ਨ ਯੂਜ਼ ਕਰਦੇ ਹਾਂ ਆਪਣੀਆਂ ਜਿਹੜੀਆਂ ਡਿਫੀਕਲਟੀਜ਼ ਨੇ ਕਲਾਸੀਫਿਕੇਸ਼ਨ ਦੇ ਵਿੱਚ ਉਹਨਾਂ ਨੂੰ ਰਿਜ਼ੋਲਵ ਕਰਨ ਦੇ ਲਈ, ਅਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਹੋ ਜਾਂਦਾ ਕਿਉਂਕਿ ਅੱਜ ਆਪਣੇ ਕੋਲ ਕੋਈ ਵੀ ਫੋਸਿਲ ਐਵੀਡੈਂਸ ਨਹੀਂ ਹੈ ਤਾਂ ਕਰਕੇ ਆਪਾਂ ਨੂੰ ਬਹੁਤ ਸਾਰੇ ਸੋਰਸਿਸ ਤੋਂ ਇਨਫੋਰਮੇਸ਼ਨ ਯੂਜ਼ ਕਰਨੀ ਪੈਂਦੀ ਹੈ। ਅਤੇ ਜਿਹੜੀ ਹੁਣ ਆਪਾਂ ਅਲੱਗ-ਅਲੱਗ ਵੇਰੀਅਸ ਟਾਈਪਸ ਆਫ ਟੈਕਸੋਨੋਮੀ ਦੇਖਦੇ ਹਾਂ। ਸਭ ਤੋਂ ਪਹਿਲਾਂ ਫੈਨੋਟਿਕ ਟੈਕਸੋਨੋਮੀ। ਫੈਨੋਟਿਕ ਟੈਕਸੋਨੋਮੀ ਇੱਕ ਨਿਊਮੈਰੀਕਲ ਟੈਕਸੋਨੋਮੀ ਦਾ ਪਾਰਟ ਆ। ਠੀਕ ਹੈ, ਜਿਹੜੇ ਕਿ ਸਾਰੇ ਐਗਜ਼ਿਸਟਿੰਗ ਆਰਗੈਨਿਜ਼ਮਸ ਦੀਆਂ ਸਾਰੀ ਓਬਜ਼ਰਵੇਬਲ ਕਰੈਕਟਰਿਸਟਿਕਸ ਦੇ ਉੱਪਰ ਬੇਸਡ ਹੁੰਦੀ ਹੈ। ਫੈਨੋਟਿਕ ਟੈਕਸੋਨੋਮੀ ਇੱਕ ਨਿਊਮੈਰੀਕਲ ਟੈਕਸੋਨੋਮੀ ਦਾ ਹੀ ਟਾਈਪ ਆ, ਜਿਹੜਾ ਕਿ ਐਗਜ਼ਿਸਟਿੰਗ ਆਰਗੈਨਿਜ਼ਮ ਦੀਆਂ ਸਾਰੀਆਂ ਓਬਜ਼ਰਵੇਬਲ ਕਰੈਕਟਰਿਸਟਿਕਸ ਦੇ ਉੱਪਰ ਬੇਸਡ ਹੁੰਦੀ ਆ। ਸੋ ਆਪਾਂ ਨਿਊਮੈਰੀਕਲ ਟੈਕਸੋਨੋਮੀ ਦੇਖਦੇ ਸਭ ਤੋਂ ਪਹਿਲਾਂ ਜਿਹੜੇ ਨਿਊਮੈਰੀਕਲ ਟੈਕਸੋਨੋਮੀ ਆ ਉਹ ਕੀ ਆ, ਈਜ਼ੀਲੀ ਆਪਾਂ ਕੰਪਿਊਟਰਸ ਦਾ ਯੂਜ਼ ਕਰਕੇ ਕੈਰੀ ਔਨ ਕਰਦੇ ਹਾਂ, ਅਤੇ ਕੀ ਸਾਰੇ ਓਬਜ਼ਰਵੇਬਲ ਕਰੈਕਟਰਿਸਟਿਕਸ ਦੇ ਉੱਪਰ ਬੇਸਡ ਹੁੰਦੀ ਹੈਗੀ। ਨੰਬਰ ਦੇ ਕੋਡਸ ਅਸਾਈਨ ਕੀਤੇ ਜਾਂਦੇ ਨੇ ਹਰ ਇੱਕ ਕਰੈਕਟਰ ਨੂੰ, ਸਾਰੇ ਕਰੈਕਟਰਸ ਨੂੰ। ਠੀਕ ਹੈ, ਨੰਬਰ ਦੇ ਕੋਡਸ ਅਸਾਈਨ ਕੀਤੇ ਜਾਂਦੇ ਨੇ, ਉਹਦੇ ਵਿੱਚ ਡਾਟਾ ਨੂੰ ਕੰਪਿਊਟਰ ਦੇ ਵਿੱਚ ਪ੍ਰੋਸੈਸ ਕੀਤਾ ਜਾਂਦਾ। ਇਸ ਵੇ ਦੇ ਵਿੱਚ ਆਪਾਂ ਕੀ ਆ ਇਕੁਅਲ ਵੇਟੇਜ ਦਿੰਦੇ ਹਾਂ, ਸਾਰੇ ਕਰੈਕਟਰਸ ਨੂੰ ਇਕੁਅਲ ਇੰਪੋਰਟੈਂਸ ਦਿੰਦੇ ਹਾਂ, ਅਤੇ ਸੇਮ ਟਾਈਮ ਦੇ ਉੱਪਰ ਕਾਫੀ ਜ਼ਿਆਦਾ ਕਰੈਕਟਰਸ ਜਿਹੜੇ ਆਪਾਂ ਕੰਸੀਡਰ ਕਰ ਲੈਂਦੇ ਹੈਗੇ। ਸਾਈਟੋਟੈਕਸੋਨੋਮੀ ਜਿਹੜੀ ਆ ਉਹ ਸਾਈਟੋਲੋਜੀਕਲ ਇਨਫੋਰਮੇਸ਼ਨ ਦੇ ਉੱਪਰ ਬੇਸਡ ਹੁੰਦੀ ਆ, ਜਿਵੇਂ ਕਿ ਕ੍ਰੋਮੋਸੋਮ ਨੰਬਰ, ਸਟਰਕਚਰ, ਬਿਹੇਵੀਅਰ ਹੈ। ਠੀਕ ਹੈ,
ਤੇ ਕੀਮੋਟੈਕਸੋਨੋਮੀ ਜਿਹੜੀ ਆ ਉਹ ਪਲਾਂਟਸ ਦੇ ਵਿੱਚ ਕੀ ਆ ਕਨਫਿਊਜ਼ਨ ਨੂੰ ਰਿਜ਼ੋਲਵ ਕਰਨ ਦੇ ਲਈ ਕੀਤੀ ਜਾਂਦੀ। ਉਹਦੇ ਵਿੱਚ ਆਪਾਂ ਕੈਮੀਕਲ ਕਨਸਟੀਟਿਊਐਂਟਸ ਦੇਖਦੇ ਆ ਪਲਾਂਟਸ ਦੇ, ਠੀਕ ਹੈ। ਫਸਟ ਵਾਸ ਨਿਊਮੈਰੀਕਲ ਟੈਕਸੋਨੋਮੀ, ਕੰਪਿਊਟਰ ਦੇ ਵਿੱਚ ਹੰਡਰਡਸ ਆਫ ਕੈਰੈਕਟਰਸ, number and codes given to each character, data processed, and then cytotaxonomy based on cytological information, chromosome number, structural behavior, chemotaxonomy based on the chemical constituents of the plants to resolve the confusions. ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਐਲਗੇ ਬਾਰੇ। ਐਲਗੇ ਕੀ ਹੁੰਦੇ ਨੇ? ਕਲੋਰੋਫਿਲ ਵੇਅਰਿੰਗ ਹੁੰਦੇ ਨੇ, ਸਿੰਪਲ ਥੈਲੋਇਡ, ਆਟੋਟ੍ਰੋਫਿਕ ਤੇ ਲਾਰਜਲੀ ਐਕੁਆਟਿਕ ਆਰਗੈਨਿਜ਼ਮਸ ਹੁੰਦੇ ਨੇਗੇ। ਫਰੈਸ਼ ਵਾਟਰ ਵੀ ਹੋ ਸਕਦੇ ਨੇ ਤੇ ਮਰਾਈਨ ਵੀ ਹੋ ਸਕਦੇ ਨੇ। ਇਹ ਕੀ ਵੈਰਾਈਟੀ ਆਫ ਹੋਰ ਹੈਬਿਟੇਟਸ ਦੇ ਵਿੱਚ ਵੀ ਰਹਿੰਦੇ ਨੇ, ਜਿੱਦਾਂ ਕਿ ਮੋਇਸਟ ਜ਼ੋਨਸ, ਸੋਇਲ, ਵੁੱਡ। ਇਹਨਾਂ ਦੇ ਵਿੱਚੋਂ ਕੁਝ ਜਿਹੜੇ ਐਸੋਸੀਏਸ਼ਨ ਦੇ ਵਿੱਚ ਰਹਿੰਦੇ ਨੇ ਫੰਜਾਈ ਦੇ ਨਾਲ। ਫੰਜਾਈ ਦੇ ਨਾਲ ਕੌਣ ਰਹਿੰਦਾ ਹੈ? ਐਲਗੇ। ਤਾਂ ਉਹਨੂੰ ਲਾਈਕਨ ਕਹਿੰਦਾ ਉਸ ਐਸੋਸੀਏਸ਼ਨ, ਤੇ ਐਨੀਮਲ ਦੇ ਨਾਲ ਕੀ, ਜਿਵੇਂ ਕਿ ਸਲੋਪੀਅਰ ਦੇ ਉੱਪਰ ਐਲਗੇ ਦੀ ਐਸੋਸੀਏਸ਼ਨ ਹੁੰਦੀ ਆ, ਠੀਕ ਹੈ। ਐਲਗੇ ਦੀ ਫਾਰਮ ਤੇ ਸਾਈਜ਼ ਹਾਈਲੀ ਵੇਰੀਏਬਲ ਹੁੰਦੀ ਆ। ਕਲੋਨੀਅਲ ਫਾਰਮਸ, ਵੋਲਵੋਕਸ ਵਰਗੇ ਕਲੋਨੀਅਲ ਫਾਰਮਸ ਤੋਂ ਲੈ ਕੇ ਯੂਲੋਥਰਿਕਸ ਤੇ ਸਪਾਇਰੋਗਾਇਰਾ ਵਰਗੀਆਂ ਫਿਲਾਮੈਂਟਸ ਫਾਰਮ ਤੱਕ ਇਹਨਾਂ ਦੀਆਂ ਅਲੱਗ-ਅਲੱਗ ਫਾਰਮਸ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਕੁਝ ਮੈਰਾਈਨ ਫਾਰਮ ਜਿੱਦਾਂ ਕਿ ਕੈਲਪਸ ਹੋ ਗਏ, ਕਿ ਮੈਸਿਵ ਪਲਾਂਟ ਬੋਡੀਜ਼ ਬਣਾਉਂਦੇ ਨੇਗੇ, ਜੋ ਕਿ 100 ਫੀਟ ਤੱਕ ਗਰੋ ਕਰ ਸਕਦੀਆਂ ਨੇ। ਐਲਗੇ ਜਿਹੜੇ ਆ ਵੈਜੀਟੇਟਿਵ, ਏਸੈਕਸ਼ੁਅਲ ਤੇ ਸੈਕਸ਼ੁਅਲ ਮੈਥਡਸ ਦੇ ਨਾਲ ਰਿਪਰੋਡਿਊਸ ਕਰਦੇ ਨੇ। ਵੈਜੀਟੇਟਿਵ ਰਿਪਰੋਡਕਸ਼ਨ ਇਹਨਾਂ ਦੇ ਵਿੱਚ ਫਰੈਗਮੈਂਟੇਸ਼ਨ ਨਾਲ ਹੁੰਦੀ ਹੈ, ਤੇ ਹਰੇਕ ਫਰੈਗਮੈਂਟ ਹੀ ਆ ਫਰੈਗਮੈਂਟ ਥੈਲਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਏਸੈਕਸ਼ੁਅਲ ਰਿਪਰੋਡਕਸ਼ਨ ਇਹਨਾਂ ਦੇ ਵਿੱਚ ਕੀ ਡਿਫਰੈਂਟ ਟਾਈਪਸ ਆਫ ਸਪੋਰਸ ਦੇ ਨਾਲ ਹੁੰਦੀ ਹੈ, ਤੇ ਮੋਸਟ ਕਾਮਨ ਸਪੋਰਸ ਜਿਹੜੇ ਨੇ ਜ਼ੂਸਪੋਰਸ ਨੇ। ਜ਼ੂਸਪੋਰਸ ਫਲੈਜੇਲੇਟਡ ਹੁੰਦੇ ਨੇ, ਮਤਲਬ ਮੋਟਾਈਲ ਹੁੰਦੇ ਨੇ, ਤੇ ਜਰਮੀਨੇਸ਼ਨ ਦੇ ਉੱਪਰ ਕੀ ਆ ਨਵਾਂ ਪਲਾਂਟ ਦੇ ਵਿੱਚ ਗਰੋ ਕਰ ਦਿੰਦੇ ਨੇ। ਇਹਨਾਂ ਦੀ ਜਿਹੜੀ ਸੈਕਸ਼ੁਅਲ ਰਿਪਰੋਡਕਸ਼ਨ ਆ ਉਹ ਕੀ ਆ ਦੋ ਗਮੀਟਸ ਦੀ ਫਿਊਜ਼ਨ ਦੇ ਨਾਲ ਹੁੰਦੀ ਹੈ। ਇਹ ਗਮੀਟਸ ਫਲੈਜੇਲੇਟਡ ਤੇ ਸਿਮਿਲਰ ਇਨ ਸਾਈਜ਼, ਜੇ ਤਾਂ ਸਿਮਿਲਰ ਇਨ ਸਾਈਜ਼ ਹੋਣ, ਠੀਕ ਹੈ, ਤਾਂ ਉਹਨੂੰ ਕਹਾਂਗੇ ਆਪਾਂ ਆਈਜ਼ੋਗੈਮੀ, ਠੀਕ ਹੈ। ਸਿਮਿਲਰ ਇਨ ਸਾਈਜ਼ ਦੇ ਨਾਲ ਜੋ ਫਲੈਜੇਲੇਟਡ ਗਮੀਟਸ ਵੀ ਹੋ ਸਕਦੇ ਨੇ, ਜਿਵੇਂ ਕਿ ਯੂਲੋਥਰਿਕਸ ਦੇ ਵਿੱਚ ਹੋ ਸਕਦੇ ਨੇ, ਤੇ ਸਿਮਿਲਰ ਇਨ ਸਾਈਜ਼ ਤੇ ਨਾਨ ਫਲੈਜੇਲੇਟਡ ਗਮੀਟਸ ਵੀ ਹੋ ਸਕਦੇ ਜਿਵੇਂ ਕਿ ਸਪਾਇਰੋਗਾਇਰਾ ਵਿੱਚ ਦੇਖਣ ਨੂੰ ਮਿਲਦੇ ਨੇ। ਇਸ ਰਿਪਰੋਡਕਸ਼ਨ ਨੂੰ ਕੀ ਕਹਿੰਦਾ? ਆਈਜ਼ੋਗੈਮਸ, ਠੀਕ ਹੈ। ਤੇ ਦੋ ਗਮੀਟਸ ਦੀ ਫਿਊਜ਼ਨ ਜਿਹੜੀ ਕਿ ਡਿਸਿਮਿਲਰ ਹੋਣ ਸਾਈਜ਼ ਦੇ ਵਿੱਚ, ਜਿਵੇਂ ਕਿ ਯੂਡੋਰੀਨਾ ਦੇ ਵਿੱਚ ਦੇਖਣ ਨੂੰ ਮਿਲਦਾ ਆਪਾਂ ਨੂੰ, ਉਹ ਕਹਿੰਦਾ ਹੈ ਆਈਜ਼ੋਗੈਮਸ। ਤੇ ਇੱਕ ਲਾਰਜ ਨਾਨ ਮੋਟਾਈਲ ਸਟੈਟਿਕ ਮਤਲਬ ਫੀਮੇਲ ਗਮੀਟ ਤੇ ਸਮਾਲਰ ਮੋਟਾਈਲ ਮੇਲ ਗਮੀਟ ਦੀ ਫਿਊਜ਼ਨ ਉਹ ਗੈਮਸ ਕਹਿੰਦੇ। ਇਹ ਪਰ ਵੋਲਵੋਕਸ ਤੇ ਫਿਊਕਸ ਐਂਡ ਐਲਬਿਊਕਸ ਜਿਹੜੀ ਫਾਈਕੋਮਾਈਸੀਟ ਆ ਉਹਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈਗੀ। ਨੈਕਸਟ here we have various pictures। एक क्या colonial forms है, ठीक है। colonial form वॉलवॉक्स की फोटो आ गया है, पेरेंट कॉलोनी आ नीचे की ने डॉटर कॉलोनीज तो क्या फिलामेंटस फॉर्म ਆਪਾਂ ਨੇ ਕਿਹਾ ਹੀ ਆ ਕਿ ਵੇਰੀਅਸ ਫਾਰਮਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਨਾਓ ਮੂਵਿੰਗ ਔਨ ਟੂ ਦ ਨੈਕਸਟ ਵਨ, ਦ ਕਲਾਸ Chlorophyceae। before that we should read this। ਐਲਗੇ ਕੀ ਆ ਆਪਣੇ ਲਈ ਬਹੁਤ ਜ਼ਿਆਦਾ ਯੂਜ਼ਫੁਲ ਨੇ ਕਾਫੀ ਵੈਰਾਈਟੀ ਆਫ ਵੇਜ਼ ਦੇ ਵਿੱਚ, ਕਿਉਂਕਿ ਹਾਫ ਆਫ ਦਾ ਟੋਟਲ ਕਾਰਬਨ ਡਾਈਆਕਸਾਈਡ ਫਿਕਸੇਸ਼ਨ ਅਰਥ ਦੇ ਉੱਪਰ ਐਲਗੇ ਦੇ ਥਰੂ ਹੀ ਹੁੰਦੀ ਆ। ਐਲਗੇ ਦੇ ਦੁਆਰਾ ਕੀਤੀ ਜਾਂਦੀ ਹੈ ਫੋਟੋਸਿੰਥੇਸਿਸ ਦੇ ਥਰੂ। ਤੇ ਕਿਉਂਕਿ ਫੋਟੋਸਿੰਥੈਟਿਕ ਨੇ ਤਾਂ ਕਿ ਆਕਸੀਜਨ ਦਾ ਅਮਾਊਂਟ, ਡਿਜ਼ੋਲਵਡ ਆਕਸੀਜਨ ਦਾ ਅਮਾਊਂਟ ਆਪਦੇ ਇਮੀਡੀਏਟ ਇਨਵਾਇਰਮੈਂਟ ਦੇ ਵਿੱਚ, ਡਿਜ਼ੋਲਵਡ ਆਕਸੀਜਨ ਦੀ ਗੱਲ ਕਿਉਂ ਕੀਤੀ ਗਈ ਆ, ਠੀਕ ਹੈ, ਕਿਉਂਕਿ ਵਾਟਰ ਦੇ ਵਿੱਚ ਡਿਜ਼ੋਲਵ, ਕਿਉਂਕਿ ਐਕੁਆਟਿਕ ਹੁੰਦੇ ਨੇ ਨਾ, ਤੇ ਆਪਦੇ ਇਮੀਡੀਏਟ ਇਨਵਾਇਰਮੈਂਟ ਦੇ ਵਿੱਚ ਡਿਜ਼ੋਲਵ ਆਕਸੀਜਨ ਦਾ ਅਕਾਊਂਟ ਕੀ ਕਰ ਦਿੰਦੇ ਨੇ, ਇਨਕਰੀਜ਼ ਕਰ ਦਿੰਦੇ ਨੇ। ਤੇ ਇਹ ਪੈਰਾਮਾਊਂਟ ਇੰਪੋਰਟੈਂਸ ਦੇ ਹੁੰਦੇ ਆ, ਕਿਉਂਕਿ ਇਹ ਕਿਹਨੇ ਪ੍ਰਾਇਮਰੀ ਪ੍ਰੋਡਿਊਸਰਸ ਨੇ ਐਨਰਜੀ ਰਿਚ ਕੰਪਾਊਂਡ ਦੇ ਐਕੁਆਟਿਕ ਹੈਬਿਟੇਟਸ ਦੇ ਵਿੱਚ, ਠੀਕ ਹੈ। ਐਨਰਜੀ ਰਿਚ ਕੰਪਾਊਂਡਸ ਦੇ ਪ੍ਰਾਇਮਰੀ ਪ੍ਰੋਡਿਊਸਰਸ ਨੇ ਜੋ ਕਿ ਫੂਡ ਸਾਈਕਲ ਦਾ ਬੇਸਿਸ ਬਣਾਉਂਦਾ ਗਾ ਐਕੁਆਟਿਕ ਐਨੀਮਲਸ ਦੇ ਲਈ। ਮੈਨੀ ਸਪੀਸ਼ੀਜ਼ ਪੋਰਫਾਈਰਾ ਲੈਮਿਨੇਰੀਆ ਤੇ ਸਰਗਸਮ ਦੀਆਂ, ਠੀਕ ਹੈ। ਪੋਰਫਾਈਰਾ ਲੈਮਿਨੇਰੀਆ ਤੇ ਸਰਗਸਮ ਦੀਆਂ ਕਾਫੀ ਸਾਰੀਆਂ ਸਪੀਸ਼ੀਜ਼ ਜਿਹੜੀਆਂ ਨੇ ਉਹਨਾਂ 70 ਸਪੀਸ਼ੀਜ਼ ਦੇ ਵਿੱਚੋਂ ਨੇ। ਕਿਹੜੀਆਂ 70 ਸਪੀਸ਼ੀਜ਼? ਉਹਨਾਂ 70 ਸਪੀਸ਼ੀਜ਼ ਦੇ ਵਿੱਚੋਂ ਨੇ ਜਿਹੜੀਆਂ ਆਪਾਂ ਐਜ਼ ਫੂਡ ਯੂਜ਼ ਕਰਦੇ ਹੈਗੇ। ਸਰਟਨ ਮੈਰਾਈਨ ਤੇ ਰੈਡ ਐਲਗੇ ਜਿਹੜੇ ਆ ਉਹ ਲਾਰਜ ਅਮਾਊਂਟਸ ਆਫ ਹਾਈਡਰੋਕਲਾਈਡਸ ਬਣਾਉਂਦੇ ਆ। ਹਾਈਡਰੋਕਲਾਈਡਸ ਕਿਹਨੂੰ ਕਹਿੰਦਾ ਗਾ? ਵਾਟਰ ਹੋਲਡਿੰਗ ਸਬਸਟੈਂਸਿਸ ਨੂੰ ਕਿਹਾ ਜਾਂਦਾ ਗਾ। ਜਿਵੇਂ ਕਿ ਐਲਗਿਨ ਬਣਾਇਆ ਜਾਂਦਾ ਬਰਾਊਨ ਐਲਗੇ ਦੇ ਦੁਆਰਾ, ਤੇ ਕੈਰਾਚਿਨ ਬਣਾਇਆ ਜਾਂਦਾ ਰੈਡ ਐਲਗੇ ਦੇ ਦੁਆਰਾ। ਐਲਗਿਨ ਤੇ ਕੈਰਾਚਿਨ ਕੀ ਨੇ? ਹਾਈਡਰੋਕਲਾਈਡਸ, ਵਾਟਰ ਹੋਲਡਿੰਗ ਸਬਸਟੈਂਸਿਸ ਨੇ, ਤੇ ਕੀ ਆ ਕਮਰਸ਼ੀਅਲ ਯੂਜ਼ ਕੀਤੇ ਜਾਂਦੇ ਨੇ for transshipment of living organisms for example, right। ਅਗਰ ਕੀ ਆ, ਅਗਰ ਇੱਕ ਕਮਰਸ਼ੀਅਲ ਪ੍ਰੋਡਕਟ ਹੈਗਾ ਜਿਹੜਾ ਕਿ ਜੈਲੀਡੀਅਮ ਤੇ ਗ੍ਰੈਸੀਲੇਰੀਆ ਤੋਂ ਬਣਾਇਆ ਜਾਂਦਾ ਹੈਗਾ, ਤੇ ਇਹ ਕੀ ਆ ਮਾਈਕਰੋਬਸ ਨੂੰ ਗਰੋ ਕਰਨ ਦੇ ਲਈ, ਠੀਕ ਹੈ, ਤੇ ਆਈਸਕ੍ਰੀਮਸ ਤੇ ਜੈਲੀਸ ਨੂੰ ਪ੍ਰੀਪੇਅਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ। ਤੇ ਇੱਥੇ ਦੇਖੋ ਜੈਲੀਡੀਅਮ ਤੇ ਗ੍ਰੈਸੀਲੇਰੀਆ ਦੋਨੋਂ ਦੇ ਦੋਨੋਂ ਰੈਡ ਐਲਗੇ ਨੇ, ਮਤਲਬ ਰੋਡੋਫਾਈਸ਼ੀਆ ਨੇ। ਪੋਰਫਾਈਰਾ ਵੀ ਰੋਡੋਫਾਈਸ਼ੀਆ, ਵੈਰਾਸ ਜਿਹੜੇ ਲੈਮਿਨੇਰੀਆ ਤੇ ਸਰਗਸਮ ਨੇ, ਹੈ ਨਾ, ਇਹ ਕੀ ਨੇ? these are ਫੀਓਫਾਈਸ਼ੀਆ ਬਰਾਊਨ ਐਲਗੇ ਨੇ, ਹੈ ਨਾ। ਕਲੋਰੈਲਾ ਕੀ ਆ? ਗ੍ਰੀਨ ਐਲਗੇ ਆ, ਠੀਕ ਹੈ। ਕਲੋਰੋਫਾਈਸ਼ੀਆ ਉਹ ਕਲੋਰੈਲਾ ਕੀ ਹੈ? ਯੂਨੀਸੈਲੂਲਰ ਐਲਗੇ ਆ ਜੋ ਕਿ ਪ੍ਰੋਟੀਨਸ ਦੇ ਵਿੱਚ ਰਿਚ ਹੁੰਦਾ ਗਾ, ਤੇ ਐਜ਼ ਫੂਡ ਸਪਲੀਮੈਂਟ ਯੂਜ਼ ਕੀਤਾ ਜਾਂਦਾ ਸਪੇਸ ਟਰੈਵਲਰ ਦੇ ਦੁਆਰਾ।
ठीक है। तीन मेन क्लासेस ਕਿਹੜੀਆਂ ਨੇ क्लोरोफाइशिए फियोफाइशिए ਤੇ ਰੋਡੋਫਾइशिए ਤੇ ਇਹਨਾਂ ਦੀ ਕਲਾਸਿਸ ਦੇ ਵਿੱਚ ਕਲਾਸੀਫਿਕੇਸ਼ਨ ਕਿਸ ਬੇਸਿਸ ਦੇ ਉੱਪਰ ਕੀਤੀ ਜਾਂਦੀ ਹੈ ਪਿਗਮੈਂਟ ਦੇ ਬੇਸਿਸ ਦੇ ਉੱਪਰ ਕੀਤੀ ਜਾਂਦੀ ਹੈ ਪਿਗਮੈਂਟ ਐਂਡ ਦ ਕਿ ਕਿਸ ਤਰ੍ਹਾਂ ਕਿਸ ਫਾਰਮ ਦੇ ਵਿੱਚ ਇਹ ਆਪਦਾ ਉਹ ਕੀ ਕਰਦੇ ਨੇ ਰਿਜ਼ਰਵ ਫੂਡ ਨੂੰ ਸਟੋਰ ਕਰਦੇ ਨੇ ਓਕੇ ਹੁਣ ਫਸਟ class is क्लोरोफाइशिए ਮੈਂਬਰਸ ਆਫ क्लोरोफाइशिए ਕੀ ਹੁੰਦੇ ਨੇ ਕਾਮਨਲੀ ਗ੍ਰੀਨ ਐਲਗੀ ਕਿਹਾ ਜਾਂਦਾ ਇਹਨਾਂ ਨੂੰ ਕਿਉਂਕਿ ਗ੍ਰੀਨ ਇਨ ਕਲਰ ਹੁੰਦੇ ਨੇ ਠੀਕ ਹੈ ਯੂਨੀਸੈਲੂਲਰ ਵੀ ਹੋ ਸਕਦੇ ਨੇ ਕੋਲੋਨੀਅਲ ਵੀ ਹੋ ਸਕਦੇ ਨੇ ਫਿਲਾਮੈਂਟਸ ਵੀ ਹੋ ਸਕਦੇ ਨੇ ਯੂਜੂਅਲੀ ਗ੍ਰਾਸ ਗ੍ਰੀਨ ਹੁੰਦੇ ਨੇ ਕਦੇ ਕਰਕੇ ਕਿਸ ਕਾਰਨ ਕਿਉਂਕਿ ਇਹਨਾਂ ਦੇ ਵਿੱਚ ਕਲੋਰੋਫਿਲ ਏ ਤੇ ਬੀ ਦੀ ਕਾਫੀ ਜ਼ਿਆਦਾ ਡੋਮੀਨੈਂਸ ਹੁੰਦੀ ਹੈ ਇਸੇ ਕਰਕੇ ਇਹ ਗ੍ਰਾਸ ਗ੍ਰੀਨ ਹੁੰਦੇ ਨੇ ਪਿਗਮੈਂਟਸ ਜਿਹੜੇ ਆ ਉਹ ਡੈਫੀਨਿਟ ਕਲੋਰੋਪਲਾਸਟ ਦੇ ਵਿੱਚ ਪਾਏ ਜਾਂਦੇ ਨੇ ਡੈਫੀਨਿਟ ਕਲੋਰੋਪਲਾਸਟ ਦੇ ਵਿੱਚ ਹੀ ਆਪਾਂ ਨੂੰ ਕਲੋਰੋਫਿਲ ਏ ਤੇ ਕਲੋਰੋਫਿਲ ਬੀ ਦੇਖਣ ਨੂੰ ਮਿਲਦੇ ਨੇਗੇ ਜਿਹੜੇ ਕਲੋਰੋਪਲਾਸਟ ਨੇ ਉਹ ਅਲੱਗ-ਅਲੱਗ ਸਪੀਸ਼ੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ ਜਿਵੇਂ ਕਿ ਉਹ ਡਿਸਕੁਆਇਡ ਹੋ ਸਕਦੇ ਨੇ ਪਲੇਟਲਾਈਟ ਹੋ ਸਕਦੇ ਨੇ ਰੈਟੀਕੂਲੇਟ ਹੋ ਸਕਦੇ ਨੇ ਹੈ ਨਾ ਸਪਾਇਰਲ ਸ਼ੇਪਡ ਹੋ ਸਕਦੇ ਨੇ ਕੱਪ ਸ਼ੇਪਡ ਰਿਬਨ ਸ਼ੇਪਡ ਹੋ ਸਕਦੇ ਨੇ ਠੀਕ ਹੈ ਰੈਟੀਕੂਲੇਟ ਮਤਲਬ ਇਹਦਾ ਨੈਟਵਰਕ ਜਿਹਾ ਬਣਾ ਸਕਦੇ ਨੇ ਠੀਕ ਹੈ ਤੇ ਮੋਸਟ ਆਫ ਦਾ ਮੈਂਬਰਸ ਦੇ ਕੋਲ ਇੱਕ ਜਾਂ ਇੱਕ ਤੋਂ ਵੱਧ ਸਟੋਰੇਜ ਬੋਡੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਪਾਇਰੀਨੋਇਡਸ ਕਿਹਾ ਜਾਂਦਾ ਗਾ ਪਾਇਰੀਨੋਇਡਸ ਦੇ ਜਿਹੜੇ ਹੁੰਦੇ ਨੇ ਉਹ ਕਲੋਰੋਪਲਾਸਟ ਦੇ ਵਿੱਚ ਪਾਇਰੀਨੋਇਡਸ ਦੀ ਲੋਕੇਸ਼ਨ ਕੀ ਆ ਪਾਇਰੀਨੋਇਡਸ ਤੇ ਪਿਗਮੈਂਟਸ ਦੋਨੋਂ ਹੀ ਆਪਾਂ ਨੂੰ ਕਲੋਰੋਪਲਾਸਟ ਦੇ ਵਿੱਚ ਦੇਖਣ ਨੂੰ ਮਿਲਦੇ ਨੇਗੇ ਪਾਇਰੀਨੋਇਡਸ ਦੇ ਕੋਲ ਕੀ ਹੁੰਦਾ ਪ੍ਰੋਟੀਨ ਬਿਸਾਈਡ ਸਟਾਰਚ ਪ੍ਰੋਟੀਨ ਬਿਸਾਈਡ ਸਟਾਰਚ ਅੰਦਰ ਪ੍ਰੋਟੀਨ ਹੁੰਦਾ ਬਾਹਰ ਸਟਾਰਚ ਹੁੰਦਾ ਜਿਵੇਂ ਤੁਹਾਨੂੰ ਐਸ ਸਕੁਏਅਰ ਤੋਂ ਯਾਦ ਰੱਖਣ ਨੂੰ ਕਿਹਾ ਸੀ ਐਸ ਤੋਂ ਤੁਹਾਨੂੰ ਯਾਦ ਰੱਖੂਗਾ ਸਟਾਰਚ ਸ਼ੀਟ ਜੇ ਸਟਾਰਚ ਸ਼ੀਟ ਯਾਦ ਰੱਖੀ ਤਾਂ ਆਪਾਂ ਨੂੰ ਪਤਾ ਹੀ ਲੱਗ ਜੂਗਾ ਕਿ ਸੈਂਟਰ ਕਾਹਦਾ ਪ੍ਰੋਟੀਨੀਸ਼ੀਅਸ ਸੈਂਟਰ ਹੈਗਾ ਓਕੇ ਸਮ ਐਲਗੇ ਜਿਹੜੇ ਆ ਉਹ ਕੀ ਆ ਫੂਡ ਨੂੰ ਸਟੋਰ ਕਰਦੇ ਨੇ ਆਇਲ ਡ੍ਰੌਪਲੇਟਸ ਦੀ ਫਾਰਮ ਦੇ ਵਿੱਚ ਗ੍ਰੀਨ ਐਲਗੇ ਦੇ ਕੋਲ ਰਿਜਿਡ ਸੈਲ ਵਾਲ ਹੁੰਦੀ ਹੈਗੀ ਤੇ ਜਿਹਦੀ ਇਨਰ ਲੇਅਰ ਸੈਲੂਲੋਸ ਦੀ ਬਣੀ ਹੁੰਦੀ ਆ ਤੇ ਆਊਟਰ ਲੇਅਰ ਪੈਕਟੋਸ ਦੀ ਬਣੀ ਹੁੰਦੀ ਹੈ ਠੀਕ ਹੈ क्लोरोफाइशिए ਦੇ ਮੈਂਬਰਸ ਨੂੰ ਕਾਮਨਲੀ ਗ੍ਰੀਨ ਐਲਗੀ ਕਿਹਾ ਜਾਂਦਾ ਪਲਾਂਟ ਬੋਡੀ ਯੂਨੀਸੈਲੂਲਰ ਕਲੋਨੀਅਲ ਫਿਲਾਮੈਂਟਸ ਕਿਦਾਂ ਦੀ ਹੋ ਸਕਦੀ ਹੈ ਯੂਜੂਅਲੀ ਗ੍ਰਾਸ ਗ੍ਰੀਨ ਹੁੰਦੇ ਨੇ ਕਲੋਰੋਫਿਲ ਏ ਤੇ ਕਲੋਰੋਫਿਲ ਬੀ ਵਰਗੇ ਪਿਗਮੈਂਟ ਦੀ ਡੋਮੀਨੈਂਸ ਕਰਕੇ ਤੇ ਇਹਨਾਂ ਦੇ ਵਿੱਚ ਜਿਹੜੇ ਪਿਗਮੈਂਟਸ ਹੁੰਦੇ ਨੇ ਉਹ ਕਲੋਰੋਪਲਾਸਟ ਦੇ ਵਿੱਚ ਪਾਏ ਜਾਂਦੇ ਨੇ ਕਲੋਰੋਪਲਾਸਟ ਡਿਸਕੁਆਇਡ ਪੀਟ ਲਾਈਕ ਰੈਟੀਕੂਲੇਟ ਸਪਾਇਰਲ ਸ਼ੇਪਡ ਕੱਪ ਸ਼ੇਪਡ ਰਿਬਨ ਸ਼ੇਪਡ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਨੇ ਅਲੱਗ-ਅਲੱਗ ਸਪੀਸ਼ੀਜ਼ ਦੇ ਵਿੱਚ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੋਲ ਇੱਕ ਜਾਂ ਇੱਕ ਤੋਂ ਵੱਧ ਸਟੋਰੇਜ ਬੋਡੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਪਾਇਰੀਨੋਇਡਸ ਕਿਹਾ ਜਾਂਦਾ ਗਾ ਜਿਹੜੇ ਕਿ ਕਲੋਰੋਪਲਾਸਟ ਦੇ ਵਿੱਚ ਹੀ ਪ੍ਰੈਜ਼ੈਂਟ ਹੁੰਦੀਆਂ ਨੇ ਤੇ ਪਾਇਰੀਨੋਇਡਸ ਦੇ ਕੋਲ ਪ੍ਰੋਟੀਨੀਸ਼ੀਅਸ ਐਂਡ ਹੁੰਦਾ ਕਿ ਸਟਾਰਚੀ ਸ਼ੀਟ ਹੁੰਦੀ ਆ ਪ੍ਰੋਟੀਨ ਬਿਸਾਈਡ ਸਟਾਰਚ ਨਾਟ ਸਟਾਰਚ ਬਿਸਾਈਡ ਪ੍ਰੋਟੀਨ ਬਿਸਾਈਡ ਸਟਾਰਚ ਦੇ ਕੋਲ ਪ੍ਰੋਟੀਨ ਪਿਆ ਹੈਗਾ ਓਕੇ ਐਂਡ ਕੁਝ ਐਲਗੇ ਜਿਹੜੇ ਆ ਉਹ ਕੀ ਆ ਫੂਡ ਨੂੰ ਸਟੋਰ ਕਰਦੇ ਨੇ ਆਇਲ ਡ੍ਰੌਪਲੇਟਸ ਦੀ ਫਾਰਮ ਦੇ ਵਿੱਚ ਗ੍ਰੀਨ ਐਲਗੇ ਦੇ ਕੋਲ ਰਿਜਿਡ ਸੈਲ ਵਾਲ ਹੁੰਦੀ ਹੈ ਕਿ ਤੇ ਇਨਰ ਲੇਅਰ ਸੈਲੂਲੋਸ ਦੀ ਹੁੰਦੀ ਹੈ ਤੇ ਆਊਟਰ ਲੇਅਰ ਪੈਕਟੋਸ ਦੀ ਹੁੰਦੀ ਆ ਹੁਣ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਨਰ ਲੇਅਰ ਸੈਲੂਲੋਸ ਦੀ ਆਊਟਰ ਪੈਕਟੋਸ ਦੀ ਤੁਸੀਂ ਕਿੱਦਾਂ ਯਾਦ ਰੱਖ ਸਕਦੇ ਹੋ ਠੀਕ ਹੈ ਇਨਰ ਮਤਲਬ ਪਹਿਲਾਂ ਠੀਕ ਹੈ ਪਹਿਲਾਂ ਕੀ ਆਉਂਦਾ ਪਹਿਲਾਂ ਸੀ ਆਉਂਦਾ ਨਾ ਸੀ ਤੋਂ ਪਹਿਲਾਂ ਪੀ ਆਉਂਦਾ ਸੌਰੀ ਪੀ ਤੋਂ ਪਹਿਲਾਂ ਸੀ ਆਉਂਦਾ ਤਾਂ ਪਹਿਲਾਂ ਸੈਲੂਲੋਸ ਆਊਗਾ ਤੁਸੀਂ ਨਾ ਸੈੱਲ ਦੇ ਅੰਦਰ ਖੜ ਕੇ ਦੇਖ ਰਹੇ ਹੋ ਰਾਈਟ ਆਹ ਸੈੱਲ ਆ ਤੁਸੀਂ ਸੈੱਲ ਦੇ ਅੰਦਰ ਖੜ ਕੇ ਇੱਥੋਂ ਦੇਖ ਰਹੇ ਹੋ ਪਹਿਲਾਂ ਕੀ ਹੋਊਗਾ ਪਹਿਲਾਂ ਸੀ ਆਊਗਾ ਫਿਰ ਪੀ ਆਊਗਾ ਤਾਂ ਪਹਿਲਾਂ ਕੀ ਹੋਊਗੀ ਸੈਲੂਲੋਸ ਦੀ ਇੰਨਰ ਵੋਲ ਹੋਊਗੀ ਤੇ ਬਾਹਰ ਵਾਲੀ ਕੀ ਹੋਊਗੀ ਪੈਕਟੋਸ ਦੀ ਹੋਊਗੀ ਵੈਜੀਟੇਟਿਵ ਰੀਪਰੋਡਕਸ਼ਨ ਜਿਹੜੀ ਆ ਇਹ ਇਹਨਾਂ ਦੇ ਵਿੱਚ ਫ੍ਰੈਗਮੈਂਟੇਸ਼ਨ ਦੇ ਨਾਲ ਹੁੰਦੀ ਆ ਇਹ ਸੈਕਸ਼ੂਅਲ ਰੀਪਰੋਡਕਸ਼ਨ ਇਹਨਾਂ ਦੇ ਵਿੱਚ ਫਲੈਜੀਲੇਟਡ ਜ਼ੂਸਪੋਰਸ ਦੇ ਨਾਲ ਹੁੰਦੀ ਆ ਜਿਹੜੇ ਕਿ ਜ਼ੂਸਪੋਰੈਂਜੀਆ ਦੇ ਵਿੱਚ ਬਣਦੇ ਨੇ ਠੀਕ ਹੈ ਇਹ ਸੈਕਸ਼ੂਅਲ ਰੀਪਰੋਡਕਸ਼ਨ ਫਲੈਜੀਲੇਟਡ ਜ਼ੂਸਪੋਰਸ ਦੁਆਰਾ ਹੁੰਦੀ ਹੈ ਜਿਹੜੇ ਕਿ ਜ਼ੂਸਪੋਰੈਂਜੀਆ ਦੇ ਵਿੱਚ ਬਣਦੇ ਨੇ ਸੈਕਸ਼ੂਅਲ ਰੀਪਰੋਡਕਸ਼ਨ ਇਹਨਾਂ ਵਿੱਚ ਕੰਸੀਡਰੇਬਲ ਵੇਰੀਏਸ਼ਨ ਸ਼ੋ ਕਰਦੀ ਹੈ ਕਿ ਇਨ ਦਾ ਟਾਈਪ ਐਂਡ ਫਾਰਮੇਸ਼ਨ ਆਫ ਸੈਕਸ ਸੈਲ ਸੈਕਸ਼ੂਅਲ ਰੀਪਰੋਡਕਸ਼ਨ ਵੇਰੀਏਸ਼ਨ ਕਾਹਦੇ ਵਿੱਚ ਸ਼ੋ ਕਰਦੀ ਹੈ ਇਨ ਦਾ ਟਾਈਪ ਐਂਡ ਫਾਰਮੇਸ਼ਨ ਆਫ ਸੈਕਸ ਸੈਲਸ ਦੇ ਵਿੱਚ ਕਿਉਂਕਿ ਆਈਸੋਗੈਮਸ ਵੀ ਹੋ ਸਕਦੀ ਹੈ ਅਨਾਈਸੋਗੈਮਸ ਵੀ ਹੋ ਸਕਦੀ ਹੈ ਤੇ ਓਗੈਮਸ ਵੀ ਹੋ ਸਕਦੀ ਹੈ ਕੁਝ ਕਾਮਨਲੀ ਫਾਊਂਡ ਗ੍ਰੀਨ ਐਲਗੇ ਕਿਹੜੇ ਨੇ SUVC ਸਕੁਆਇਰ Spirogyra volvox, Spirogyra urothrix, volvox, Chlamydomonas, and Cara. These are the commonly found green algae. Now moving on to the next one, that is Phaeophyceae. ਜਿਹੜੇ Phaeophyceae ਦੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਉਹਨਾਂ ਨੂੰ ਬਰਾਊਨ ਐਲਗੇ ਕਿਹਾ ਜਾਂਦਾ ਹੈਗਾ ਤੇ ਇਹ ਕੀ ਆ ਪ੍ਰਾਈਮਰਲੀ ਮੈਰਾਈਨ ਹੈਬਿਟੈਟਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਠੀਕ ਹੈ ਵੈਸੇ ਤਾਂ ਇਹ ਆਪਾਂ ਨੂੰ ਐਕੁਆਟਿਕ ਦੇ ਵਿੱਚ ਫਰੈਸ਼ ਵਾਟਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਬਟ ਪ੍ਰਾਈਮਰਲੀ ਇਹ ਮੈਰਾਈਨ ਹੈਬਿਟੈਟਸ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਨੇਗੇ ਠੀਕ ਆ ਬਹੁਤ ਜ਼ਿਆਦਾ ਵੇਰੀਏਸ਼ਨ ਸ਼ੋ ਕਰਦੇ ਨੇ ਸਾਇੰਸ ਦੇ ਫਾਰਮ ਦੇ ਵਿੱਚ ਠੀਕ ਹੈ ਜਿਹੜੇ ਸੀ ਕਾਹਦੇ ਵਿੱਚ ਵੇਰੀਏਸ਼ਨ ਸ਼ੋ ਕਰਦੀ ਸੀ ਦਾ ਟਾਈਪ ਐਂਡ ਫਾਰਮੇਸ਼ਨ ਆਫ ਸੈਕਸ ਸੈਲਸ ਠੀਕ ਹੈ ਕਲੋਰੋਫਾਈਸ਼ੀਏ ਵੈਸੇ ਜਿਹੜੇ Phaeophyceae ਨੂੰ ਸਾਈਜ਼ ਦੇ ਫਾਰਮ ਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨ ਸ਼ੋ ਕਰਦੇ ਨੇ ਇਹ ਕੀ ਆ ਸਿੰਪਲ ਬ੍ਰਾਂਚ ਫਾਰਮਸ ਤੋਂ ਲੈ ਕੇ ਫਿਲਾਮੈਂਟਸ ਫਾਰਮ ਤੱਕ
वेरी करते हैं फिलामेंटस फॉर्म्स जिदा कि एक्टोकार्पस हो गया, ठीक है। मतलब ये सिंपल ब्रांच भी हो सकते हैं, फिलामेंटस फॉर्म्स भी हो सकती ने, एंड प्रोफ्यूजली ब्रांच्ड फॉर्म्स भी हो सकती ने जिदा कि कैल्प्स हो गए। तो की है 100 मीटरस की हाइट तक ग्रो कर सकते हैं। वो मैं पहले 100 फीट कहता से, सॉरी फॉर दैट, आई अपोलोजाइज फॉर दैट, ठीक है। 100 मीटर, हाँ इतों थोड़ी एक होर मिसटेक अगे सामने आती है कि 100 मीटर की जगह 100 फीट कर देंगे, तो उत्थे करैक्ट कराओगे तो इतने तुम बिल्कुल ही गलत होंगे, ठीक है। 100 मीटर याद रखना, 100 फीट नहीं है, ओके। सो प्राइमरली मरीन हैबिटेट्स के कंसीडरेबल वेरीएशन शो करते हैं साइज के फॉर्म के किदा, ठीक है। सिंपल ब्रांच फॉर्म्स देखने को मिलती हैं, फिलामेंटस फॉर्म्स देखने को मिलती हैं जिदा कि एक्टोकार्पस हो गया, तो प्रोफ्यूजली ब्रांच फॉर्म्स भी अपन देखने को मिलती हैं जिदा कि कैल्प्स हो गए, जो कैल्प्स ने 100 मीटर्स की हाइट तक ग्रो कर सकते हैं। तो इन्होंने कोल क्लोरोफिल ए, सी, कैरेटिनोइड्स ते ज़ैंथोफिल्स होंगे ने, ठीक है। तो इन्हों का कलर का उपर डिपेंड करता है, ज़ैंथोफिल पिगमेंट फ्यूकोजैंथियम के कंसनट्रेशन के उपर डिपेंड करता है, ठीक है। यह ओलीव ग्रीन तो वेरीअस शेड्स ऑफ ब्राउन तक इन्हों का कलर वेरी कर सकता है, फ्यूकोजैंथियम के उपर डिपेंड करता है, ठीक है। तो फूड इन्होंने स्टोर किया जाता कंपलैक्स कार्बोहाइड्रेट्स की फॉर्म के जिदा कि लैमिनेरिन तो मैनीटोल हो गए, एंड वैजीटेटिव सैल्स के कोल सैलूलोजिक सैलबल होंगी है जिसके बाहर एक जैलेटिनियस कोटिंग होंगी है जिन्होंने कि एल्किन कहा जाता है। जोड़ा इन्होंने प्रोटोप्लास्ट है वो प्लास्टिड्स तो इलावा एक सेंट्रली लोकेटेड न्यूक्लीयस तो वैक्यूल भी प्रेजेंट होंगे, एंड जी प्लांट बॉडी होंगी है यूजली सबस्ट्रेटम के अटैच्ड होंगी है होल्ड फास्ट के नाल, एंड वो कोल एक स्टॉक होंगी है जिन्होंने कि स्टाइप कहा जाता है। लीफ एक फोटोसिंथेटिक ऑर्गन होंगे फ्रंट लीफ लाइक होंगे, एक्जैक्टली लीफ नहीं होंगे, इस करके थैलोइड कहते क्योंकि इन्होंने को लीफ लाइक स्टैम लाइक रोलिक स्ट्रक्चर होंगे, बट ट्रू लीव्स रूट्स ते स्टैम नहीं प्रेजेंट होंगे। हम आप इन्हों देखते हैं इन्हों की फोटो तो, ठीक है। इतने अपन इन्हों की फोटो दी हुई सी, यही तो आप क्लोरोफाइश ऑलरेडी पढ़ चुके हैं ना। वॉलवॉक्स कॉलोनियल यूनिसेलुलर फिलामेंटस से कॉलोनियल फॉर्म्स अपन इन्होंने क्लोरोफाइश देखने मिलती हैं। सो तो यह किया फिलामेंटस फॉर्म आ गई यूरोथ्रिक्सा, एंड हियर वी हैव द ब्राउन एल्गे फियोफाइशी विदर्स आ होल्ड फास्ट ओरिजिनल सबस्ट्रेटम के नाल जी एल्गे अटैच्ड होंगी है। आह टाइप है, ठीक है, स्टॉक लाइक, ठीक है, स्टॉक लाइक, एंड फ्रंट इज द लीफ लाइक फोटोसिंथेटिक ऑर्गन, ठीक है। एंड यही कहा फोटो है लैमिनेरिया की फोटो है, एंड हेयर वी हैव फ्यूकस विदर्स। फ्यूकस के कोल की होंगे एयर ब्लैडर प्रेजेंट होंगे फ्यूकस के कोल, आर होल्ड फास्ट है जिसके सबस्ट्रेट नाल अटैच्ड आ मिड रिब होगी लीफ लाइक है ना, तो यह फ्रंट हो गया, ठीक है। तो आह अपनी है डिप्टियोटा, ठीक है, फ्रंट है, एंड दिस इज द टाइप स्टॉक लाइक स्ट्रक्चर। नाउ मूविंग फर्दर, वैजीटेटिव रिप्रोडक्शन इन्होंने फ्रैगमेंटेशन के नाल होंगी है, तो सैक्शुअल रिप्रोडक्शन जी वो बायोफ्लैजिलेटर जूस्पोर्स के नाल होंगी है। तो इन्होंने जो फ्लैजिला होंगे ने वो लेटरली अटैच्ड होंगे ने, जो इन्होंने जूस्पोर्स होंगे वो पीयर शेप्ड होंगे ने, एंड उन्होंने लेटरली अटैच्ड अनइक्वल फ्लैजिला होंगे ने, एक लंबा फ्लैजिला होंगे तो एक छोटा फ्लैजिला होंगे। एंड जी सैक्शुअल रिप्रोडक्शन है वो आइसोगैमस भी हो सकती है, अनआइसोगैमस भी हो सकती है, तो ओगैमस भी हो सकती है। तो यूनियन ऑफ गैमीट्स जो वाटर के भी टेक प्लेस कर सकता है, एंड ओगोनियम स्पीशीज़ के भी, ठीक है, हो सकता है। मतलब जो फीमेल बॉडी हुई वो भी यूनियन ऑफ स्पीशीज अपन देखने मिल सकता है। गैमीट्स भी पायरिफॉर्म होंगे ने, पीयर शेप्ड होंगे ने, मतलब गैमीट्स के स्पोर्स का स्ट्रक्चर सिमिलर होंगे इन्होंने, तो वो कोल भी दो लेटरली अटैच्ड फ्लैजिला होंगे ने गैमीट्स के कोल भी, एंड कॉमन एग्जांपल्स है ये फेल्ट्स, फ्यूकस, एक्टोकार्पस, लैमिनेरिया, डिक्टोटा, एंड सैरगैसम। सैरगैसम ते लैमिनेरिया कदे यूज होंगे ने मैराइन एल्गे यूज एज फूड। रोडोफाइशी की देखते हम आप जो रोडोफाइशी होंगे ने उन्होंने कॉमनली रैड एल्गे कहा जाता है, तो क्योंकि इन्होंने रैड पिगमेंट की प्रोडोमिनेंस होंगी है R5 रैड पिगमेंट का नाम आ। मेजोरिटी ऑफ रैड एल्गे की होंगे ने मैराइन होंगे ने, मेजोरिटी मैराइन होंगे ने, सारे मैराइन नहीं होंगे। तो इन्हों की ग्रेटर कंसनट्रेशन मैराइन एनवायरनमेंट के भी कितने कितने देखने को मिलती ने, वार्मर एरियाज के देखने मिलती ने, ठीक है। मतलब वैल लाइटड रीजनस के भी देखने मिलते हैं जोड़े कि सरफेस के कोले प्रेजेंट होंगे ने, एंड काफ़ी ज़्यादा डैप्थस के ओशनस के, ठीक है, बिल्कुल डैप्थस के जिथे बहुत घट लाइट पहुँचती है उत्थे भी काफ़ी वार्मर रीजनस होंगे ने, उत्थे भी अपन देखने को मिलते हैं। जोड़े रैड थलाई होंगी है, रैड बॉडी होंगी है, एक ही होंगी है मल्टी सैलूलर होंगी है, तो इन्होंने कुछ के कोल कंपलैक्स बॉडी ऑर्गेनाइजेशन होंगी है। कंपलैक्स बॉडी ऑर्गेनाइजेशन की देखने मिलती है अपन रोडोफाइशिया देखने मिलती है।
ਜਿਹੜਾ ਇਹਨਾਂ ਦਾ ਫੂਡ ਆ ਉਸ ਫਲੋਰੀਡੀਅਨ ਸਟਾਰਚ ਦੀ ਫਾਰਮ ਦੇ ਵਿੱਚ ਸਟੋਰ ਕੀਤਾ ਜਾਂਦਾ ਤੇ ਫਲੋਰੀਡੀਅਨ ਸਟਾਰਚ ਦਾ ਜਿਹੜਾ ਸਟਰਕਚਰ ਆ ਉਹ ਕਾਫੀ ਜ਼ਿਆਦਾ ਸਿਮਿਲਰ ਆ ਮਾਈਲੋਪੈਕਟਿਨ ਤੇ ਗਲਾਈਕੋਜਨ ਦੇ ਸਟਰਕਚਰ ਦੀ। ਜਿਹੜੇ ਰੈੱਡ ਐਲਗੇ ਹੁੰਦੇ ਨੇ ਉਹ ਕੀ ਹੈ ਵੈਜੀਟੇਟਿਵ ਰੀਪਰੋਡਕਸ਼ਨ ਸ਼ੋ ਕਰਦੇ ਨੇ ਬਾਈ ਫਰੈਗਮੈਂਟੇਸ਼ਨ ਅਤੇ ਇਹਨਾਂ ਦੇ ਵਿੱਚ ਇਹ ਸੈਕਸ਼ੂਅਲੀ ਰਿਪਰੋਡਕਸ਼ਨ ਹੁੰਦੀ ਹੈ ਬਾਈ ਨੋਨ ਮੋਟਾਈਲ ਸਪੋਰਸ ਅਤੇ ਸੈਕਸ਼ੂਅਲ ਹੁੰਦੀ ਆ ਬਾਈ ਨੋਨ ਮੋਟਾਈਲ ਗੈਮੀਟਸ। ਇਹਨਾਂ ਦੇ ਵਿੱਚ ਸਿਰਫ ਆਪਾਂ ਨੂੰ ਓਗਾਮੀ ਹੀ ਦੇਖਣ ਨੂੰ ਮਿਲਦੀ ਹੈਗੀ, ਠੀਕ ਹੈ। no isogamy no anisogamy is seen in them in rhodophyte, ਠੀਕ ਹੈ। ਸੈਕਸ਼ੂਅਲ ਰਿਪਰੋਡਕਸ਼ਨ ਜਿਹੜੀ ਹੈ ਇਹਨਾਂ ਦੇ ਵਿੱਚ ਓਗਾਮਸ ਹੁੰਦੀ ਹੈ ਅਤੇ ਉਹਦੇ ਬਾਅਦ ਕੰਪਲੈਕਸ ਪੋਸਟ ਫਰਟੀਲਾਈਜੇਸ਼ਨ ਡਿਵੈਲਪਮੈਂਟ ਆਪਾਂ ਨੂੰ ਇਹਨਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਐਗਜ਼ਾਮਪਲ ਕੀ ਹੈ ਇਹਨਾਂ ਦਾ GP ਸਕੁਐਰ, ਬੈਸੀਲੇਰੀਆ, ਜੈਲੀਡੀਅਮ, ਪੋਰਫਾਈਰੀਆ ਐਂਡ ਪੋਲੀਸਿਫੋਨੀਆ। Here we have their photos with us on the this is porphyria is the fronda मतलब leaf like photosynthetic organ and this is the polysifonia, ठीक है। ये दरख्त की टहनी मेरे को देखने मिलता दिखता है ना the branches ने and this is the main axis। now ਹੁਣ ਆਪਾਂ ਟੇਬਲ ਦੇਖਦੇ ਹਾਂ। ਟੇਬਲ ਦੇ ਵਿੱਚ ਇਹਨਾਂ ਨੂੰ ਡਿਸਟਿੰਗੁਇਸ਼ ਕੀਤਾ ਗਿਆ ਸਮ ਕਾਮਨ ਕੈਰੈਕਟਰਿਸਟਿਕਸ। ਕਲੋਰੋਫਾਈਸ਼ੀ ਜਿਹੜੇ ਆ ਉਹਨਾਂ ਦਾ ਕਾਮਨ ਨੇਮ ਗ੍ਰੀਨ ਅਲਗੇ ਹੁੰਦਾ ਅਤੇ ਇਹਨਾਂ ਦੇ ਵਿੱਚ ਮੇਜਰ ਪਿਗਮੈਂਟਸ ਕਲੋਰੋਫਿਲਸ ਦੇ ਵੀ ਹੁੰਦੇ ਨੇ ਜਿਹੜੇ ਕਿ ਆਪਾਂ ਨੂੰ ਕਲੋਰੋਪਲਾਸਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਸਟੋਰਡ ਫੂਡ ਇਹਨਾਂ ਦੇ ਵਿੱਚ ਹੁੰਦਾ ਹੈਗਾ ਸਟਾਰਚ ਇਜ਼ ਦ ਸਟੋਰਡ ਫੂਡ ਅਤੇ ਸੈੱਲ ਵੋਲ ਇਹਨਾਂ ਦੀ ਸੈਲੂਲੋਸ ਦੀ ਬਣੀ ਹੁੰਦੀ ਹੈ ਅਤੇ ਫਲੈਜਲ ਦੇ ਕਿੰਨੇ 2 to 8 ਫਲੈਜਲਾ ਹੁੰਦੇ ਨੇ ਇਹਨਾਂ ਦੇ ਸਪੋਰਸ ਦੇ ਕੋਲ ਗੈਮੀਟਸ ਦੇ ਕੋਲ ਤੇ ਇਕੁਅਲ ਹੁੰਦੇ ਨੇ ਤੇ ਐਪੀਕਲ ਪੋਜੀਸ਼ਨ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ ਤੇ ਹੈਬਿਟੈਟਸ ਆਪਾਂ ਨੂੰ ਸਾਰੇ ਕਿਤੇ ਦੇਖਣ ਨੂੰ ਮਿਲਦੇ ਨੇ ਫਰੈਸ਼ ਵਾਟਰ, ਬ੍ਰੈਕਿਸ਼ ਵਾਟਰ ਤੇ ਮਰਾਈਨ ਵਾਟਰ, ਠੀਕ ਹੈ। ਐਂਡ ਫਿਓਫਾਈਸ਼ੀ ਜਿਹੜੇ ਹੁੰਦੇ ਨੇ ਉਹਨੂੰ ਬਰਾਊਨ ਐਲਗੇ ਕਿਹਾ ਜਾਂਦਾ ਹੈਗਾ ਐਂਡ ਇਹਨਾਂ ਦੇ ਵਿੱਚ ਕਲੋਰੋਫਿਲ ਏ ਸੀ ਕੈਰਾਟੀਨੋਇਡਸ ਤੇ ਜ਼ੈਂਥੋਫਿਲ ਪਿਗਮੈਂਟਸ ਪ੍ਰੈਜ਼ੈਂਟ ਹੁੰਦੇ ਨੇ। ਇਹਨਾਂ ਦਾ ਸਟੋਰਡ ਫੂਡ ਮੈਨੀਟੋਲ ਜਾਂ ਫਿਰ ਲੈਮੀਨੇਟ ਮਤਲਬ ਕੰਪਲੈਕਸ ਕਾਰਬੋਹਾਈਡਰੇਟਸ ਦੀ ਫਾਰਮ ਦੇ ਵਿੱਚ ਇਹ ਫੂਡ ਨੂੰ ਸਟੋਰ ਕਰਦੇ ਨੇਗੇ। ਸੈੱਲ ਵੋਲ ਇਹਨਾਂ ਦੀ ਸੈਲੂਲੋਸ ਤੇ ਐਲਗਿਨ ਦੀ ਹੁੰਦੀ ਹੈ, ਇਹਨਾਂ ਦੀ ਵੀ ਸੈਲੂਲੋਸ ਤੇ ਪੈਕਟਿਨ ਦੀ ਹੁੰਦੀ ਆ ਕਲੋਰੋਫਾਈਸ਼ੀ ਦੀ ਸੈਲੂਲੋਸ ਤੇ ਪੈਕਟੋਸ ਦੀ। ਇਹਨਾਂ ਦੇ ਫਲੈਜਲਾ ਕਿੰਨੇ ਹੁੰਦੇ ਨੇ 2 ਹੁੰਦੇ ਨੇ ਪੀਅਰ ਸ਼ੇਪਡ ਇਹਨਾਂ ਦੇ ਸਪੋਰਸ ਦੇ ਗੈਮੀਟਸ ਹੁੰਦੇ ਨੇ ਤੇ ਅਨਇਕੁਅਲ ਫਲੈਜਲਾ ਹੁੰਦੇ ਨੇ ਜਿਹੜੇ ਕਿ ਲਿਟਰਲੀ ਅਟੈਚਡ ਹੁੰਦੇ ਨੇ। ਹੈਬਿਟੈਟ ਕਿਤੇ ਕਿਤੇ ਦੇਖਣ ਨੂੰ ਮਿਲਦੇ ਨੇ ਫਰੈਸ਼ ਵਾਟਰ ਦੇ ਵਿੱਚ ਰੇਅਰਲੀ ਇਹ ਪਾਏ ਜਾਂਦੇ ਨੇ, ਬ੍ਰੈਕਿਸ਼ ਵਾਟਰ ਤੇ ਸਾਲਟ ਵਾਟਰ ਮਤਲਬ ਸੀ ਵਾਟਰ ਦੇ ਵਿੱਚ ਤਾਂ ਇਹ ਬਹੁਤ ਜ਼ਿਆਦਾ ਪਾਏ ਜਾਂਦੇ ਨੇ, ਹੈ ਨਾ। ਨੈਕਸਟ ਇਜ਼ ਰੋਡੋਫਾਈਸ਼ੀ ਨੂੰ ਰੈਡ ਐਲਗੇ ਕਿਹਾ ਜਾਂਦਾ। ਇਹਨਾਂ ਦੇ ਵਿੱਚ ਆਪਾਂ ਨੂੰ ਕਲੋਰੋਫਿਲ ਏ ਡੀ ਤੇ ਆਰ5 ਦੇਖਣ ਨੂੰ ਮਿਲਦੇ ਨੇ। ਆਰ5 ਦੇ ਕਰਕੇ ਹੀ ਇਹਨਾਂ ਦਾ ਨਾਮ ਰੋਡੋਫਾਈਸ਼ੀ ਪਿਆ ਕਿਉਂਕਿ ਉਹਦੇ ਕਰਕੇ ਹੀ ਇਹਨਾਂ ਦਾ ਰੈਡ ਥੈਲਾਈ ਹੁੰਦੀ ਹੈ। ਇਹਨਾਂ ਦੀ ਜਿਹੜੀ ਸੈਲ ਵੋਲ ਆ ਸੈਲੂਲੋਸ ਪੈਕਟਿਨ ਤੇ ਪੋਲੀਐਸਟਰ ਸਲਫੇਟਸ ਦੀ ਬਣੀ ਹੁੰਦੀ ਹੈ, ਪੋਲੀਸਲਫੇਟ ਐਸਟਰਸ ਦੀ ਬਣੀ ਹੁੰਦੀ ਹੈ ਅਤੇ ਇਹਨਾਂ ਦੇ ਵਿੱਚ ਓਬਵੀਅਸਲੀ ਕਿਉਂਕਿ ਨੋਨ ਮੋਟਾਈਲ ਗੈਮੀਟਸ ਤੇ ਸਪੋਰਸ ਹੁੰਦੇ ਨੇ ਤਾਂ ਇਹ ਇਹਨਾਂ ਦੇ ਕੋਈ ਫਲੈਜਲਾ ਵਗੈਰਾ ਤਾਂ ਨਹੀਂ ਹੁੰਦੇ ਹੈਗੇ। ਅਤੇ ਹੈਬਿਟੈਟ ਫਰੈਸ਼ ਵਾਟਰ ਦੇ ਵਿੱਚ ਕੁਝ ਦੇਖਣ ਨੂੰ ਮਿਲਦੇ ਨੇ, ਬ੍ਰੈਕਿਸ਼ ਵਾਟਰ ਦੇ ਵਿੱਚ ਅਤੇ ਸਾਲਟ ਵਾਟਰ ਦੇ ਵਿੱਚ ਜ਼ਿਆਦਾਤਰ ਰੋਡੋਫਾਈਸ਼ੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇਗੇ। ਬ੍ਰਿਓਫਾਈਟਸ ਜਿਹੜੇ ਆ ਉਹਨਾਂ ਦੇ ਵਿੱਚ ਆਪਾਂ ਨੂੰ ਉਹਨਾਂ ਦੇ ਵਿੱਚ ਆਪਾਂ ਮੋਸਿਸ ਅਤੇ ਲਿਵਰਵੋਰਟਸ ਨੂੰ ਇਨਕਲੂਡ ਕਰ ਦਿਆਂਗੇ, ਠੀਕ ਹੈ, ਜਿਹੜੇ ਕਿ ਮੋਇਸਟ ਸ਼ੇਡਡ ਏਰੀਆਜ਼ ਦੇ ਵਿੱਚ ਇਹ ਰਹਿੰਦੇ ਨੇ, ਠੀਕ ਹੈ। ਹਿਲਸ ਦੇ ਵਿੱਚ ਮੋਇਸਚਰ ਏਰੀਆਜ਼ ਦੇ ਵਿੱਚ ਇਹ ਰਹਿੰਦੇ ਨੇ ਅਤੇ ਮੋਸਿਸ ਤੇ ਲਿਵਰਵੋਰਟਸ ਇਹਦੇ ਐਗਜ਼ਾਮਪਲਸ ਨੇ, ਇਹਦੀ ਅੱਗੇ ਕਲਾਸਿਸ ਨਹੀਂ ਕਹਿ ਸਕਦੇ। ਦਿਸ ਇਜ਼ ਮੋਸ ਨੋ ਦਿਸ ਇਜ਼ ਅ ਲਿਵਰਵੋਰਟ ਅਤੇ ਇਹ ਕੀ ਹੈਗਾ ਫੀਮੇਲ ਆ, ਠੀਕ ਹੈ, ਫੀਮੇਲ ਥੈਲਾਇਆ ਲਿਵਰਵੋਰਟ ਦੀ ਅਤੇ ਇਹ ਕੀ ਆ ਮੇਲ ਥੈਲਾਇਆ ਹੈਗੀ ਅਤੇ ਮਤਲਬ ਲਿਵਰਵੋਰਟਸ ਡਾਇਓਸ਼ੀਅਸ ਹੁੰਦੇ। ਬ੍ਰਿਓਫਾਈਟਸ ਨੂੰ ਕੀ ਹੈ ਐਮਫੀਬੀਅਨਸ ਆਫ ਦ ਪਲਾਂਟ ਕਿੰਗਡਮ ਕਿਹਾ ਜਾਂਦਾ ਕਿਉਂਕਿ ਇਹ ਕੀ ਹੈ ਰਹਿੰਦੇ ਸੋਇਲ ਦੇ ਵਿੱਚ ਨੇ ਬਟ ਇਹ ਵਾਟਰ ਦੇ ਉੱਪਰ ਡਿਪੈਂਡੈਂਟ ਹੁੰਦੇ ਨੇ ਸੈਕਸ਼ੂਅਲ ਰਿਪਰੋਡਕਸ਼ਨ ਦੇ ਲਈ। ਇਹ ਯੂਜਲੀ ਡੈਂਪ ਹਿਊਮਿਡ ਸ਼ੇਡਡ ਲੋਕੈਲਿਟੀਜ਼ ਦੇ ਵਿੱਚ ਰਹਿੰਦੇ ਨੇ ਅਤੇ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਪਲਾਂਟਸ ਦੇ ਸਕਸੈਸ਼ਨ ਦਾ, ਠੀਕ ਹੈ। ਮਤਲਬ ਇਹ ਕੀ ਆ ਬੇਅਰ ਰੌਕਸ ਅਤੇ ਸੋਇਲ ਨੂੰ ਹਾਇਰ ਪਲਾਂਟਸ ਦੀ ਗਰੋਥ ਦੇ ਲਈ ਸੁਟੇਬਲ ਬਣਾ ਦਿੰਦੇ ਨੇ। ਪਲਾਂਟ ਬੋਡੀ ਜਿਹੜੀ ਹੈ ਬ੍ਰਿਓਫਾਈਟਸ ਦੀ ਜ਼ਿਆਦਾ ਡਿਫਰੈਂਸ਼ੀਏਟਡ ਹੁੰਦੀ ਹੈ ਐਲਕੇ ਦੇ ਨਾਲੋਂ, ਠੀਕ ਹੈ। ਇਹ ਥੈਲਸ ਲਾਈਕ ਪ੍ਰੋਸਟੇਟ ਤੇ ਇਰੈਕਟ ਹੁੰਦੇ ਨੇ ਅਤੇ ਸਬਸਟੇਟਮ ਨਾਲ ਅਟੈਚ ਹੁੰਦੇ ਨੇ ਬਾਈ ਯੂਨੀਸੈਲੂਲਰ ਔਰ ਮਲਟੀਸੈਲੂਲਰ ਰਾਈਜ਼ੋਇਡਸ। ਯੂਨੀਸੈਲੂਲਰ ਰਾਈਜ਼ੋਇਡਸ ਹੁੰਦੇ ਨੇ ਕਿ ਲਿਵਰਵੋਰਟਸ ਦੇ ਵਿੱਚ ਅਤੇ ਮਲਟੀਸੈਲੂਲਰ ਰਾਈਜ਼ੋਇਡਸ ਹੁੰਦੇ ਨੇ ਕਿ ਮੋਸਿਸ ਦੇ ਵਿੱਚ। ਇਹਨਾਂ ਦੇ ਕੋਲ ਟਰੂ ਰੂਟਸ ਸਟੈਮ ਅਤੇ ਲੀਵਸ ਤਾਂ ਨਹੀਂ ਹੁੰਦੀਆਂ ਬਟ ਇਹਨਾਂ ਦੇ ਕੋਲ ਰੂਟ ਲਾਈਕ ਲੀਫ ਲਾਈਕ ਅਤੇ ਸਟੈਮ ਲਾਈਕ ਸਟਰਕਚਰਸ ਜ਼ਰੂਰ ਪ੍ਰੈਜ਼ੈਂਟ ਹੁੰਦੇ ਨੇ। ਮੇਨ ਪਲਾਂਟ ਬੋਡੀ ਬ੍ਰਿਓਫਾਈਟ ਦੀ ਹੈਪਲੋਇਡ ਹੁੰਦੀ ਆ ਅਤੇ ਇਹ ਗੈਮੀਟਸ ਪ੍ਰੋਡਿਊਸ ਕਰਦੀ ਹੈ, ਠੀਕ ਹੈ, ਅਤੇ ਇਸ ਕਰਕੇ ਇਹਨੂੰ ਗੈਮੀਟੋਫਾਈਟ ਕਿਹਾ ਜਾਂਦਾ। ਜਿਹੜੇ ਇਹਦੇ ਸੈਕਸ ਆਰਗਨਸ ਹੁੰਦੇ ਨੇ ਉਹ ਮਲਟੀ ਸੈਲੂਲਰ ਹੁੰਦੇ ਨੇ। ਜਿਹੜਾ ਮੇਲ ਸੈਕਸ ਆਰਗਨ ਹੈ ਉਹਨੂੰ ਐਂਥੀਰੀਅਮ ਕਿਹਾ ਜਾਂਦਾ ਅਤੇ ਉਹ ਕੀ ਹੈ ਬਾਈਫਲੈਜਲੇਟ ਐਂਥੀਰੀਓਜ਼ੋਇਡਸ ਬਣਾਉਂਦਾ ਵਾ। ਫੀਮੇਲ ਸੈਕਸ ਆਰਗਨ ਨੂੰ ਆਰਕੀਗੋਨੀਅਮ ਕਿਹਾ ਜਾਂਦਾ ਐਂਡ ਇਟ ਇਜ਼ ਫਲਾਸਕ ਸ਼ੇਪਡ ਅਤੇ ਇਹ ਸਿੰਗਲ ਐਗ ਬਣਾਉਂਦਾ, ਓਕੇ।
ਜਿਹੜੀ ਗੈਮੇਟੋਫਾਈਟ ਆ ਉਹ ਹੈਪਲੋਇਡ ਬੋਡੀ ਹੁੰਦੀ ਆ ਜਿਹੜੀ ਕਿ ਗੈਮੀਟਸ ਪ੍ਰੋਡਿਊਸ ਕਰਦੀ ਆ। ਸੈਕਸ ਆਰਗਨ ਦੇ ਮਲਟੀਸੈਲੂਲਰ ਹੁੰਦੇ ਨੇ। ਮੇਲ ਸੈਕਸ ਆਰਗਨ ਨੂੰ ਐਂਥੀਰੀਅਮ ਕਿਹਾ ਜਾਂਦਾ ਤੇ ਉਹ ਬਾਇਫਲੈਜੇਲੇਟ ਨੇ, ਤਾਂ ਕਰਕੇ ਮੋਟਾਈਲ ਵੀ ਹੋਣਗੇ। ਬਾਇਫਲੈਜੇਲੇਟ ਐਂਥੀਰੀਜ਼ਰਸ ਬਣਾਉਂਦਾ ਐਂਡ female sex organ archegonium ਕਿਹਾ ਜਾਂਦਾ and it produces a single egg and the archegonium is flask shaped। ਜਿਹੜੇ ਐਂਥੀਰੀਜ਼ੋਇਡਸ ਹੁੰਦੇ ਨੇ ਉਹਨਾਂ ਨੂੰ ਕੀ ਆ ਵਾਟਰ ਦੇ ਵਿੱਚ ਰਿਲੀਜ਼ ਕੀਤਾ ਜਾਂਦਾ, ਠੀਕ ਹੈ, ਵਾਟਰ ਦੇ ਵਿੱਚ ਰਿਲੀਜ਼ ਹੋ ਜਾਂਦੇ ਨੇ ਜਿੱਥੇ ਉਹ ਆਰਕੀਗੋਨੀਅਮ ਦੇ ਕੰਟੈਕਟ ਦੇ ਵਿੱਚ ਆਉਂਦੇ ਨੇ। ਐਂਥੀਰੀਜ਼ੋਇਡਸ ਅੱਗ ਦੇ ਨਾਲ ਇੱਕ ਜਿਹੜਾ ਐਂਥੀਰੀਜ਼ੋਇਡ ਆ ਐਗ ਦੇ ਨਾਲ ਕੀ ਹੁੰਦਾ ਹੈਗਾ ਫਿਊਜ਼ ਕਰਕੇ ਜ਼ਾਈਗੋਟ ਬਣਾਉਂਦਾ। ਜਿਹੜਾ ਜ਼ਾਈਗੋਟ ਆ ਉਹ ਕੀ ਆ ਰਿਡਕਸ਼ਨ ਡਿਵੀਜ਼ਨ ਇਮੀਡੀਏਟਲੀ ਨਹੀਂ ਕਰਦਾ। ਪਹਿਲਾਂ ਉਹ ਕੀ ਆ ਮਲਟੀ ਸੈਲੂਲਰ ਬੋਡੀ ਬਣਾਉਂਦਾ ਜਿਹਨੂੰ ਕਿ ਸਪੋਰੋਫਾਈਟ ਕਿਹਾ ਜਾਂਦਾ। ਫਿਰ ਜਿਹੜੀ ਸਪੋਰੋਫਾਈਟ ਆ ਅਤੇ ਜਿਹੜੀ ਮਲਟੀ ਸੈਲੂਲਰ ਬੋਡੀ ਜ਼ਾਈਗੋਟ ਦੀ ਤਰ੍ਹਾਂ ਬਣਾਈ ਜਾਂਦੀ ਹੈ ਰਿਡਕਸ਼ਨ ਡਿਵੀਜ਼ਨ ਅੰਡਰਗੋ ਕਰਕੇ ਸਿੱਧਾ ਹੀ, ਠੀਕ ਹੈ, ਉਹਨੂੰ ਸਪੋਰੋਫਾਈਟ ਕਿਹਾ ਜਾਂਦਾ। ਸਪੋਰੋਫਾਈਟ ਫਰੀ ਲਿਵਿੰਗ ਨਹੀਂ ਹੁੰਦਾ ਬਟ ਕਿ ਉਹ ਕੀ ਹੈ ਫੋਟੋਸਿੰਥੈਟਿਕ ਗੈਮੇਟੋਫਾਈਟ ਦੇ ਨਾਲ ਅਟੈਚ ਹੁੰਦਾ ਅਤੇ ਉਹਦੇ ਤੋਂ ਹੀ ਨਰਿਸ਼ਮੈਂਟ ਲੈਂਦਾ ਹੈਗਾ, ਠੀਕ ਹੈ। ਕੁਝ ਸੈਲ ਸਪੋਰੋਫਾਈਟ ਦੇ ਰਿਡਕਸ਼ਨ ਡਿਵੀਜ਼ਨ ਅੰਡਰਗੋ ਕਰਦੇ ਨੇ ਮਿਓਸਿਸ ਮਤਲਬ, ਅਤੇ ਉਹ ਕੀ ਹੈ ਹੈਪਲੋਇਡ ਸਪੋਰਸ ਬਣਾਉਂਦੇ ਨੇ। ਇਹ ਸਪੋਰਸ ਕੀ ਹੈ ਗੈਮੇਟੋਫਾਈਟ ਦੇ ਵਿੱਚ ਜਰਮੀਨੇਟ ਹੋ ਜਾਂਦੇ ਨੇ। ਬ੍ਰਿਓਫਾਈਟ ਜਿਹੜੇ ਆ ਉਹ ਲਿਟਲ ਇਕੋਨੋਮਿਕ ਇੰਪੋਰਟੈਂਸ ਇਹਨਾਂ ਦੀ ਬਹੁਤ ਘੱਟ ਹੁੰਦੀ ਹੈ ਬਟ ਇਹਨਾਂ ਦੀ ਇਕੋਲੋਜੀਕਲ ਇੰਪੋਰਟੈਂਸ ਬਹੁਤ ਜ਼ਿਆਦਾ ਹੁੰਦੀ ਹੈਗੀ, ਠੀਕ ਹੈ। ਅਤੇ ਇਕੋਨੋਮਿਕ ਇੰਪੋਰਟੈਂਸ ਹੈਗੀ ਕੀ ਹੈ ਇਹਨਾਂ ਦੀ, ਸਭ ਤੋਂ ਪਹਿਲਾਂ ਇਹ ਕਿ ਇਕੋਨੋਮਿਕ ਇੰਪੋਰਟੈਂਸ ਕਿਹੜੀ ਆ ਉਹ ਦੇਖੋ, ਠੀਕ ਹੈ। ਕਿ ਜਿਹੜੇ ਮੋਸਿਸ ਨੇ ਉਹ ਕੀ ਹੈ ਹਰਬੇਸ਼ੀਅਸ ਐਨੀਮਲਸ ਅਤੇ ਬਰਡਸ ਅਤੇ ਹੋਰ ਐਨੀਮਲਸ ਵਾਸਤੇ ਕੀ ਆ ਫੂਡ ਪ੍ਰੋਵਾਈਡ ਕਰਦੇ ਨੇ। ਸਫੈਗਨਮ ਦੀਆਂ ਸਪੀਸੀਜ਼, ਸਫੈਗਨਮ ਇੱਕ ਮੌਸ ਆ, ਉਹ ਕੀ ਆ ਪੀਟ ਪ੍ਰੋਵਾਈਡ ਕਰਦੀਆਂ ਨੇਗੀਆਂ ਅਤੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਕੀ ਆ ਫਿਊਲ ਦੇ ਤੌਰ 'ਤੇ ਯੂਜ਼ ਕੀਤਾ ਜਾ ਰਿਹਾ, ਠੀਕ ਹੈ। ਬਟ ਪੋਲਿਊਸ਼ਨ ਬਹੁਤ ਜ਼ਿਆਦਾ ਕਰ ਦਿੱਤਾ ਕਰਕੇ ਬਹੁਤ ਜ਼ਿਆਦਾ ਬੇਕਾਰ ਫਿਊਲ ਆ ਅਤੇ ਇਹਨਾਂ ਨੂੰ ਕੀ ਆ ਪੈਕਿੰਗ ਮਟੀਰੀਅਲ ਐਜ਼ ਅ ਪੈਕਿੰਗ ਮਟੀਰੀਅਲ ਯੂਜ਼ ਕਰਿਆ ਜਾਂਦਾ ਲਿਵਿੰਗ ਮਟੀਰੀਅਲ ਦੀ ਟਰਾਂਸਸ਼ਿਪਮੈਂਟ ਦੇ ਲਈ, ਠੀਕ ਹੈ, ਕਿਉਂਕਿ ਇਹ ਕੀ ਆ ਵਾਟਰ ਨੂੰ ਹੋਲਡ ਕਰ ਸਕਦੇ ਨੇ। ਵਾਟਰ ਨੂੰ ਹੋਲਡ ਕਰਨ ਦੀ ਇਹਨਾਂ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈਗੀ। ਮੋਸਿਸ ਅਤੇ ਲਾਈਕਨਸ, ਠੀਕ ਹੈ, ਇਹ ਕੀ ਫਸਟ ਆਰਗੈਨਿਜ਼ਮਸ ਨੇ ਰੌਕਸ ਨੂੰ ਐਂਡ ਸੋਇਲ ਨੂੰ ਕੀ ਕੋਲੋਨਾਈਜ਼ ਕਰਨ ਵਾਲੇ। ਸਭ ਤੋਂ ਪਹਿਲਾਂ ਇਹੀ ਆਰਗੈਨਿਜ਼ਮ ਸੀਗੇ ਜਿਹੜੇ ਕਿ ਐਜ਼ ਪਲਾਂਟਸ ਗਰੋ ਹੋਏ ਸੀਗੇ ਅਤੇ ਇਹਨਾਂ ਦੀ ਤਾਂ ਕਰਕੇ ਗ੍ਰੇਟ ਇਕੋਲੋਜੀਕਲ ਇੰਪੋਰਟੈਂਸ ਹੈਗੀ। ਅਤੇ ਇਹ ਕੀ ਆ ਰੌਕਸ ਨੂੰ ਡਿਕੰਪੋਜ਼ ਕਰ ਦਿੰਦੇ ਨੇ ਅਤੇ ਜਿਹਦੇ ਨਾਲ ਸਬਸਟਰੇਟ ਨੂੰ ਇਹ ਕੀ ਬਣਦੇ ਨੇ ਸੂਟੇਬਲ ਬਣਾ ਦਿੰਦੇ ਨੇ ਹਾਰ ਪਲਾਂਟਸ ਦੀ ਗਰੋਥ ਦੇ ਲਈ। ਸਿੰਸ ਜਿਹੜੇ ਮੋਸਿਸ ਨੇ ਉਹ ਕੀ ਆ ਡੈਂਸ ਮੈਟਸ ਬਣਾਉਂਦੇ ਨੇਗੇ ਸੋਇਲ ਦੇ ਉੱਪਰ। ਇਹ ਕੀ ਆ ਫੋਲਿੰਗ ਰੇਨ ਦਾ ਇੰਪੈਕਟ ਰਿਡਿਊਸ ਕਰ ਦਿੰਦੇ ਨੇ ਅਤੇ ਸੋਇਲ ਇਰੋਸ਼ਨ ਨੂੰ ਪ੍ਰੀਵੈਂਟ ਕਰਦੇ ਨੇਗੇ। ਬ੍ਰਿਓਫਾਈਟਸ ਜਿਹੜੇ ਆ ਡਿਵਾਈਡਡ ਨੇ ਲੀਵਰ ਵੋਰਟਸ ਅਤੇ ਮੋਸਿਸ ਦੇ ਵਿੱਚ। ਲੀਵਰ ਵੋਰਟਸ ਜਿਹੜੇ ਆ ਯੂਜੂਅਲੀ ਮੋਇਸਟ ਅਤੇ ਸ਼ੇਡੀ ਹੈਬੀਟੈਟਸ ਦੇ ਵਿੱਚ ਗਰੋ ਕਰਦੇ ਨੇ ਜਿੱਦਾਂ ਕਿ ਬੈਂਕਸ ਆਫ ਸਟਰੀਮਸ ਹੋ ਗਏ, ਮਾਰਸ਼ੀ ਗਰਾਊਂਡ, ਸਟੈਂਪ ਸੋਇਲ, ਵਾਕਸ ਆਫ ਟਰੀਜ਼ ਐਂਡ ਡੀਪ ਇਨ ਦ ਵੁੱਡਸ, ਠੀਕ ਹੈ। ਜਿਹੜੀ ਪਲਾਂਟ ਬੋਡੀ ਹੁੰਦੀ ਹੈ ਲੀਵਰ ਵੋਰਟ ਦੀ ਉਹ ਥੈਲੋਇਡ ਹੁੰਦੀ ਹੈਗੀ, ਮਤਲਬ ਉਹਦੇ ਕੋਲ 2 ਲੀਵਸ, ਰੂਟਸ ਅਤੇ ਸਟੈਮ ਨਹੀਂ ਹੁੰਦੀ ਹੈਗੀ ਜਿੱਦਾਂ ਕਿ ਮਾਰਸ਼ੈਂਸ਼ੀਆ ਹੋ ਗਿਆ, ਠੀਕ ਹੈ। ਹੋਰ ਲੀਵਰ ਵੋਰਟ ਦਾ ਹੋਰ ਐਗਜ਼ਾਮਪਲ ਕੀ ਹੈਗਾ ਰਿਕਸੀਆ। ਅਤੇ ਜਿਹੜਾ ਇਹਨਾਂ ਦਾ ਥੈਲਸ ਹੁੰਦਾ ਡੋਰਸੀ ਵੈਂਟਰਲ ਹੁੰਦਾ ਹੈਗਾ, ਮਤਲਬ ਡੋਰਸਲ ਅਤੇ ਵੈਂਟਰਲ ਸਾਈਡ ਬਹੁਤ ਕਲੋਜ਼ਲੀ ਹੁੰਦੇ ਆ ਅਤੇ ਦਿਸ ਕਲੋਜ਼ਲੀ ਐਪਰੈਸ ਟੂ ਦਾ ਸਬਸਟਰੇਟ, ਮਤਲਬ ਸਬਸਟਰੇਟ ਦੇ ਨਾਲ ਬਹੁਤ ਮਤਲਬ ਨੇੜੇ ਹੁੰਦਾ ਸਬਸਟਰੇਟ 'ਤੇ। ਲੀਫੀ ਮੈਂਬਰ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਟਾਈਨੀ ਲੀਫ ਲਾਈਕ ਅਪੈਂਡੇਜਿਸ ਹੁੰਦੀਆਂ ਨੇ ਜੋ ਕਿ 2 ਰੋਜ਼ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ ਸਟੈਮ ਲਾਈਕ ਸਟਰਕਚਰ ਦੇ ਉੱਪਰ, ਜਿਸ ਦਾ ਸਟੈਮ ਲਾਈਕ ਸਟਰਕਚਰ, ਅਤੇ ਇਹਨਾਂ ਦੇ ਉੱਪਰ 2 ਰੋਜ਼ ਦੇ ਵਿੱਚ ਪ੍ਰੈਜ਼ੈਂਟ ਹੋਣਗੀਆਂ ਇਹ, ਹੈ ਨਾ। ਇੱਧਰ ਇੱਦਾਂ ਲੀਵਸ ਅਤੇ ਇੱਧਰ a minute, let me try to draw it again. That is not working properly. This is not working. ਮਤਲਬ ਸਟੈਮ ਲਾਈਕ ਸਟਰਕਚਰ ਹੈ ਅਤੇ ਇਹਦੇ 2 ਸਾਈਡਾਂ 'ਤੇ ਆ ਕੀ ਨੇ ਲੀਫ ਲਾਈਕ ਅਪੈਂਡੇਜਿਸ ਨੇ, ਲੀਫ ਲਾਈਕ ਸਟਰਕਚਰਸ ਨੇ, ਠੀਕ ਹੈ। ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ ਲੀਵਰ ਵੋਰਟਸ ਦੇ ਵਿੱਚ ਉਹ ਕੀ ਹੈ ਫਰੈਗਮੈਂਟੇਸ਼ਨ ਦੇ ਨਾਲ ਹੁੰਦੀ ਹੈਗੀ, ਠੀਕ ਹੈ, ਥੈਲਾਈ ਦੀ ਫਰੈਗਮੈਂਟੇਸ਼ਨ ਦੇ ਨਾਲ ਅਤੇ
ਤੇ ਹੋਰ ਕਾਹਦੇ ਨਾਲ ਹੁੰਦੀ ਆ, ਸਪੈਸ਼ਲਾਈਜ਼ਡ ਸਟਰਕਚਰਸ ਦੀ ਫਾਰਮੇਸ਼ਨ ਦੇ ਨਾਲ ਹੁੰਦੀ ਆ। ਸਪੈਸ਼ਲਾਈਜ਼ਡ ਸਟਰਕਚਰਸ ਨੂੰ ਕੀ ਕਿਹਾ ਜਾਂਦਾ, ਗੈਮੇ ਕਿਹਾ ਜਾਂਦਾ, ਸਿੰਗੂਲਰ ਗੈਮਾ, ਵੈਸੇ ਪਲੂਰਲ ਨੂੰ ਗੈਮੇ ਕਿਹਾ ਜਾਂਦਾ ਹੈਗਾ। ਗੈਮੇ ਕੀ ਹੁੰਦੇ ਨੇ, ਗ੍ਰੀਨ ਮਲਟੀ ਸੈਲੂਲਰ ਏਸੈਕਸ਼ੁਅਲ ਬਰਡਸ ਹੁੰਦੇ ਨੇ ਜਿਹੜੇ ਕਿ ਸਮਾਲ ਰਿਸੈਪਟੀਕਲਸ ਦੇ ਵਿੱਚ ਬਣਦੇ ਨੇ, ਤੇ ਉਹਨਾਂ ਸਮਾਲ ਰਿਸੈਪਟੀਕਲਸ ਨੂੰ ਕੀ ਕਿਹਾ ਜਾਂਦਾ, ਗੈਮਾ ਕਪਸ ਕਿਹਾ ਜਾਂਦਾ ਹੈਗਾ। ਠੀਕ ਹੈ, ਤੇ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਥੈਲਾਈ, ਮਤਲਬ ਉਹਨਾਂ ਦੀ ਬੋਡੀ ਦੇ ਉੱਪਰ ਹੀ, ਜਿਹੜੇ ਗੈਮਾ ਕਪਸ ਉਹਨਾਂ ਦੀ ਬੋਡੀ ਦੇ ਉੱਪਰ ਹੀ ਪ੍ਰੈਜ਼ੈਂਟ ਹੁੰਦੇ ਨੇ। ਜਿਹੜੇ ਗੈਮੇ ਹੁੰਦੇ ਨੇ ਉਹ ਕੀ ਡਿਟੈਚ ਹੋ ਜਾਂਦੇ ਨੇ ਪੈਰੈਂਟ ਬੋਡੀ ਤੋਂ ਤੇ ਜਰਮੀਨੇਟ ਕਰਦੇ ਨੇ ਨਵੇਂ ਇੰਡੀਵਿਜੂਅਲ ਦੇ ਵਿੱਚ। ਮੋਇਸਟ ਸ਼ੇਡੀ ਹੈਬਿਟੇਟਸ ਦੇ ਵਿੱਚ ਜਿਵੇਂ ਕਿ ਬੈਂਕਸ ਆਫ ਸਟਰੀਮਸ, ਰਿਵਰ, ਮਾਰਸ਼ੀ ਗਰਾਊਂਡਸ, ਠੀਕ ਹੈ, ਡੈਮ ਸੋਇਲ, ਬਾਕ ਆਫ ਟਰੀਜ਼ ਤੇ ਡੀਪ ਇਨ ਦ ਵੁੱਡਸ ਦੇ ਗਰੋ ਕਰਦੇ ਨੇ। ਪਲਾਂਟ ਬੋਡੀ ਜਿਹੜੀ ਲਿਵਰ ਬੋਡੀ ਹੁੰਦੀ ਹੈ ਥੈਲੋਇਡ ਹੁੰਦੀ ਹੈ, ਜਿਵੇਂ ਕਿ ਮਾਰਸ਼ੈਂਸ਼ੀਆ ਹੋ ਗਿਆ, ਕਲੋਜ਼ਲੀ ਅਪਰੈਸਡ ਹੁੰਦੀ, ਡੋਰਸੀਮੈਂਟਲ ਹੁੰਦੀ ਹੈ। ਲੀਫੀ ਮੈਂਬਰਸ ਦੇ ਕੋਲ ਟਾਈਨੀ ਲੀਫ ਲਾਈਕ ਅਪੈਂਡੇਜਸ ਹੁੰਦੇ ਨੇ ਦੋ ਰੋਜ਼ ਦੇ ਵਿੱਚ, ਸਟੈਮ ਲਾਈਕ ਸਟਰਕਚਰਸ ਦੇ ਉੱਪਰ। ਏਸੈਕਸ਼ੁਅਲ ਰਿਪਰੋਡਕਸ਼ਨ ਲਿਵਰ ਬੋਡਸ ਦੇ ਵਿੱਚ ਫਰੈਗਮੈਂਟੇਸ਼ਨ ਆਫ ਥੈਲਾਈਡ ਦੇ ਨਾਲ ਹੁੰਦੀ ਹੈ, ਤੇ ਸਪੈਸ਼ਲ ਲਾਈਜ਼ ਸਟਰਕਚਰ ਗੈਮੇ ਦੀ ਫਾਰਮੇਸ਼ਨ ਦੇ ਨਾਲ ਹੁੰਦੀ ਹੈ। ਗੈਮਾ ਕੀ ਹੁੰਦੇ ਨੇ, ਗ੍ਰੀਨ ਮਲਟੀ ਸੈਲੂਲਰ ਏਸੈਕਸ਼ੁਅਲ ਬਰਡਸ ਹੁੰਦੇ ਨੇ ਜਿਹੜੇ ਕਿ ਸਮਾਲ ਰਿਸੈਪਟੀਕਲਸ ਦੇ ਵਿੱਚ ਡਿਵੈਲਪ ਕਰਦੇ ਨੇ, ਜਿਹਨਾਂ ਨੂੰ ਕਿ ਗੈਮਾ ਕਪਸ ਕਿਹਾ ਜਾਂਦਾ ਹੈਗਾ। ਤੇ ਗੈਮਾ ਕਪਸ ਥੈਲਾਈ ਦੇ ਉੱਪਰ ਹੀ ਪ੍ਰੈਜ਼ੈਂਟ ਹੁੰਦੇ ਨੇ। ਜਿਹੜੇ ਗੈਮੇ ਨੇ ਫਿਰ ਉਹ ਡਿਟੈਚ ਕਰਦੇ ਨੇ ਪੈਰੈਂਟ ਬੋਡੀ ਤੋਂ ਤੇ ਜਰਮੀਨੇਟ ਕਰ ਜਾਂਦੇ ਨੇ ਨਵੇਂ ਇੰਡੀਵਿਜੂਅਲ ਦੇ ਵਿੱਚ। ਸੈਕਸ਼ੁਅਲ ਰਿਪਰੋਡਕਸ਼ਨ ਦੇ ਵਿੱਚ ਜਿਹੜੇ ਮੇਲ ਤੇ ਫੀਮੇਲ ਸੈਕਸ ਔਰਗਨਸ ਨੇ ਉਹ ਕੀ ਹੈ, ਜਾਂ ਤਾਂ ਸੇਮ ਥੈਲਾਈ ਦੇ ਉੱਪਰ ਵੀ ਬਣ ਸਕਦੇ ਨੇ ਜਾਂ ਡਿਫਰੈਂਟ ਥੈਲਾਈ ਦੇ ਉੱਪਰ ਵੀ ਬਣ ਸਕਦੇ ਨੇ, ਮਤਲਬ ਉਹ ਮੋਨੋਸ਼ੀਅਸ ਵੀ ਹੋ ਸਕਦੇ ਨੇ, ਡਾਇਓਸ਼ੀਅਸ ਵੀ ਹੋ ਸਕਦੇ ਨੇ। ਡਾਇਓਸ਼ੀਅਸ ਦਾ ਐਗਜ਼ਾਮਪਲ ਆਪਾਂ ਆਲਰੇਡੀ ਉੱਪਰ ਦੇਖ ਚੁੱਕੇ ਹਾਂ ਜਦੋਂ ਆਪਾਂ ਨੇ ਡਾਇਗ੍ਰਾਮ ਦੇਖਿਆ ਸੀ। ਮਾਰਸ਼ੈਂਸ਼ੀਆ ਇਜ਼ ਅ ਡਾਇਓਸ਼ੀਅਸ ਲੀਵਰ ਬੋਟ। ਜਿਹੜੇ ਸਪੋਰੋਫਾਈਟ ਹੁੰਦੇ ਨੇ ਉਹ ਕੀ ਆ, ਫੁੱਟ ਸੀਤਾ ਦੀ ਕੈਪਸੂਲ ਦੇ ਵਿੱਚ ਡਿਫਰੈਂਸ਼ੀਏਟਡ ਹੁੰਦੇ ਨੇ। ਕਿ ਮਿਓਸਿਸ ਤੋਂ ਬਾਅਦ ਜਿਹੜੇ ਸਪੋਰਸ ਨੇ ਉਹ ਕੀ ਆ, ਡਿਸਪਰਸ ਸਪੋਰਸ ਪ੍ਰੋਡਿਊਸ ਹੁੰਦੇ ਨੇ ਕੈਪਸੂਲ ਦੇ ਵਿੱਚ। ਤੇ ਇਹਨਾਂ ਦੇ ਡਿਸਪਰਜ਼ਲ ਦਾ ਮੈਕੈਨਿਜ਼ਮ ਕੀ ਹੁੰਦਾ, ਇਲੇਟਰ ਮੈਕੈਨਿਜ਼ਮ। ਇਲੇਟਰ ਮੈਕੈਨਿਜ਼ਮ ਦੇ ਨਾਲ ਇਹ ਡਿਸਪਰਸ ਹੁੰਦੇ ਨੇ। ਐਂਡ ਸਪੋਰਸ ਕਿੱਥੇ ਬਣਦੇ ਨੇ, ਕੈਪਸੂਲ ਦੇ ਵਿੱਚ ਬਣਦੇ ਨੇ। ਸਪੋਰਸ ਜਰਮੀਨੇਟ ਹੋ ਜਾਂਦੇ ਨੇ ਫਰੀ ਲਿਵਿੰਗ ਗੈਮੇਟੋਫਾਈਟਸ ਦੇ ਵਿੱਚ। ਠੀਕ ਹੈ, ਫਰੀ ਲਿਵਿੰਗ ਗੈਮੇਟੋਫਾਈਟਸ ਦੇ ਵਿੱਚ ਸਪੋਰਸ ਜਰਮੀਨੇਟ ਹੋ ਜਾਂਦੇ ਨੇ ਡਾਇਰੈਕਟਲੀ। ਕੀ ਹੈ, ਗੈਮੇਟੋਫਾਈਟ ਜਰਮੀਨੇਟ ਹੁੰਦੇ ਨੇ ਸਪੋਰਸ ਤੋਂ। ਹੁਣ ਆਪਾਂ ਮੋਸਿਸ ਦੀ ਗੱਲ ਕਰਦੇ, ਬਟ ਬਿਫੋਰ ਦੈਟ ਲੈਟ ਅਸ ਸੀ ਦ ਡਾਇਗ੍ਰਾਮ ਆਫ ਦ ਮਾਰਸ਼ੈਂਸ਼ੀਆ ਔਰ ਲਿਵਰ ਬੋਟ। ਸੋ ਆ ਉਹਨਾਂ ਦੀ ਡੋਰਸੀ ਵੈਂਟਰਲ ਬੋਡੀ ਆ, ਠੀਕ ਹੈ, ਤੇ ਕਲੋਜ਼ਲੀ ਅਪਰੈਸਡ ਹੁੰਦੀ ਹੈ ਸਰਫੇਸ ਦੇ ਨਾਲ। ਐਂਡ ਦੀਜ਼ ਆਰ ਦ ਗੈਮਾ ਕਪਸ। ਹਾਂ, ਗੈਮਾ ਕਪਸ ਨੇ ਇੱਦਾਂ ਦੇ ਹੁੰਦੇ ਨੇ, ਸਮਥਿੰਗ ਲਾਈਕ ਦਿਸ। ਤੇ ਉਹਨਾਂ ਦੇ ਵਿੱਚ ਇੱਦਾਂ ਦੇ ਏਸੈਕਸ਼ੁਅਲ ਬਰਡਸ ਪ੍ਰੈਜ਼ੈਂਟ ਹੁੰਦੇ ਨੇ। ਇਟ ਇਜ਼ ਜਸਟ ਨਾਟ ਵਰਕਿੰਗ। ਸਮਥਿੰਗ ਲਾਈਕ ਦਿਸ। ਆ ਏਸੈਕਸ਼ੁਅਲ ਬਰਡਸ ਹੁੰਦੇ ਨੇ ਇੱਦਾਂ ਦੇ ਕਰਕੇ, ਓਕੇ, ਗੈਮਾ ਕਪਸ ਦੇ ਵਿੱਚ। ਐਂਡ ਇਹ ਰਾਈਜ਼ੋਇਡਸ ਦੇ ਨਾਲ ਜ਼ਮੀਨ ਨਾਲ ਅਟੈਚ ਹੁੰਦੇ ਨੇ। ਐਂਡ ਇਹ ਕੀ ਹੈਗਾ, ਫੀਮੇਲ ਮਾਰਸ਼ੈਂਸ਼ੀਆ, ਕਿਉਂਕਿ ਇਹਦੇ ਕੋਲ ਆਰਕੀਗੋਨੀਫੋਰ ਹੈ ਨਾ, ਆਰਕੀਗੋਨੀਫੋਰ ਫੀਮੇਲ ਸੈਕਸ ਆਰਗਨ, ਰਾਈਟ। ਐਂਡ ਹੇਅਰ ਵੀ ਹੈਵ ਐਂਥੀਰੀਓਫੋਰ ਵਿਦ ਅਸ। ਬਾਕੀ ਸਾਰੀ ਬੋਡੀ ਸੇਮ ਆ, ਬਸ ਇਹਦਾ ਹੀ ਡਿਫਰੈਂਸ ਆ, ਰਾਈਟ। ਨਾਓ ਮੂਵਿੰਗ ਔਨ ਟੂ ਦ ਮੋਸਿਸ ਦਾ ਜਿਹੜਾ ਸਪੋਰ ਡਿਸਪਰਜ਼ਲ ਦਾ ਮੈਕੈਨਿਜ਼ਮ ਹੁੰਦਾ ਉਹ ਕੀ ਹੈ, ਜ਼ਿਆਦਾ ਵਧੀਆ ਹੁੰਦਾ ਹੈਗਾ ਲਿਵਰ ਬੋਟਸ ਦੇ ਨਾਲੋਂ। ਅਤੇ ਉਹਨਾਂ ਦੇ ਕੋਲ ਕੀ ਹੁੰਦਾ ਹੈਗਾ, ਪੈਰਿਸਟੋਮਲ ਟੀਥ ਹੁੰਦਾ ਸਪੋਰ ਦੇ ਡਿਸਪਰਸ਼ਨ ਦੇ ਲਈ। ਮੋਸਿਸ ਪ੍ਰੀਡੋਮੀਨੈਂਟ ਸਟੇਜ ਇਹਨਾਂ ਦੀ ਲਾਈਫ ਸਾਈਕਲ ਦੇ ਵਿੱਚ ਕੀ ਹੁੰਦੀ ਹੈਗੀ, ਦੋ ਗੈਮੇਟੋਫਾਈਟ ਹੁੰਦੀ ਹੈਗੀ। ਅਤੇ ਗੈਮੇਟੋਫਾਈਟ ਦੇ ਵਿੱਚ ਵੀ ਦੋ ਸਟੇਜਸ ਆਪਾਂ ਦੇਖਣ ਨੂੰ ਮਿਲਦੀਆਂ ਨੇ। ਫਸਟ ਸਟੇਜ ਜਿਹੜੀ ਹੁੰਦੀ ਹੈਗੀ ਪ੍ਰੋਟੋਨੀਮਾ ਹੁੰਦੀ ਆ, ਠੀਕ ਹੈ, ਜਿਹੜੀ ਡਾਇਰੈਕਟਲੀ ਸਪੋਰ ਤੋਂ ਬਣਦੀ ਹੈ। ਡਾਇਰੈਕਟਲੀ ਸਪੋਰ ਤੋਂ ਪ੍ਰੋਟੋਨੀਮਾ ਹੁੰਦਾ ਹੈਗਾ। ਇਹ ਕ੍ਰੀਪਿੰਗ ਗ੍ਰੀਨ ਬ੍ਰਾਂਚਡ ਫਰੀਕੁਐਂਟਲੀ ਫਿਲਾਮੈਂਟਸ ਸਟੇਜ ਹੁੰਦੀ ਹੈ। ਕ੍ਰੀਪਿੰਗ ਮਤਲਬ ਇੱਦਾਂ ਸਬਸਟੇਟਮ ਦੇ ਨਾਲ ਨਾਲ ਜਾਣ ਵਾਲੀ, ਠੀਕ ਹੈ, ਗ੍ਰੀਨ ਹੁੰਦੀ ਆ ਐਂਡ ਬ੍ਰਾਂਚ ਹੁੰਦੀ ਆ। ਫਿਰ ਇਹ ਤੋਂ ਬਾਅਦ ਸੈਕੰਡਰੀ ਪ੍ਰੋਟੋਨੀਮਾ ਦੇ ਇੱਕ ਲਿਟਲ ਬਰਡ ਬਣਦਾ। ਲਿਟਲ ਬਰਡ ਤੋਂ ਕੀ ਬਣਦੀ ਹੈਗੀ, ਲੀਫੀ ਸਟੇਜ ਬਣਦੀ ਹੈਗੀ। ਓਕੇ, ਕ੍ਰੀਪਿੰਗ ਗ੍ਰੀਨ ਬ੍ਰਾਂਚ ਫਰੀਕੁਐਂਟਲੀ ਫਿਲਾਮੈਂਟਸ ਸਟੇਜ ਹੁੰਦੀ ਹੈਗੀ ਪ੍ਰੋਟੋਨੀਮਾ ਡਾਇਰੈਕਟਲੀ ਸਪੋਰ ਤੋਂ ਬਣਦੀ ਹੈ। ਐਂਡ ਸੈਕਿੰਡ ਸਟੇਜ ਲੀਫੀ ਸਟੇਜ ਹੁੰਦੀ ਹੈ, ਜਿਹੜੀ ਕਿ ਡਿਵੈਲਪ ਹੁੰਦੀ ਹੈ ਸੈਕੰਡਰੀ ਪ੍ਰੋਟੋਨੀਮਾ ਦੇ ਉੱਪਰ ਐਜ਼ ਅ ਲਿਟਲ ਬਰਡ। ਅਤੇ ਇਹ ਕੀ ਆ,
ਲਿਵੀ ਸਟੇਜ ਕੀ ਹੁੰਦੀ ਆ, ਅਪਰਾਈਟ ਹੁੰਦੀ ਆ, ਸਲੈਂਡਰ ਐਕਸਿਸ ਹੁੰਦੀਆਂ ਅਤੇ ਉਹਦੇ ਸਲੈਂਡਰ ਐਕਸਿਸ ਦੇ ਉੱਪਰ ਸਪਾਇਰਲੀ ਅਰੇਂਜਡ ਲੀਵਸ ਹੁੰਦੀਆਂ ਨੇ। ਅਪਰਾਈਟ ਹੁੰਦੀ ਆ, ਠੀਕ ਹੈ, ਸਲੈਂਡਰ ਐਕਸਿਸ ਦੇ ਉੱਪਰ ਸਪਾਇਰਲੀ ਅਰੇਂਜਡ ਲੀਵਸ ਪ੍ਰੈਜ਼ੈਂਟ ਹੁੰਦੀਆਂ ਨੇ। ਅਤੇ ਇਹ ਕੀ ਆ, ਸੋਲ ਦੇ ਨਾਲ ਅਟੈਚਡ ਹੁੰਦੇ ਨੇ ਵਿਦ ਦ ਹੈਲਪ ਆਫ ਮਲਟੀ ਸੈਲੂਲਰ ਅਤੇ ਬ੍ਰਾਂਚ ਰਾਈਜ਼ੋਇਡਸ ਇਹਨਾਂ ਦੇ ਮਲਟੀ ਸੈਲੂਲਰ ਅਤੇ ਬ੍ਰਾਂਚ ਹੁੰਦੇ ਨੇ, ਠੀਕ ਹੈ। ਅਤੇ ਇਹ ਸਟੇਜ ਜਿਹੜੀ ਆ, ਲਿਵੀ ਸਟੇਜ ਜਿਹੜੀ ਆ, ਉਹਦੇ ਕੋਲ ਸੈਕਸ ਆਰਗਨਸ ਹੁੰਦੇ ਨੇ। ਇਹਨਾਂ ਦੇ ਵਿੱਚ ਜਿਹੜੀ ਵੈਜੀਟੇਟਿਵ ਰੀਪਰੋਡਕਸ਼ਨ ਆ ਉਹ ਫਰੈਗਮੈਂਟੇਸ਼ਨ ਦੇ ਬਡਿੰਗ ਦੇ ਨਾਲ ਹੁੰਦੀ ਆ। ਅਤੇ ਫਰੈਗਮੈਂਟੇਸ਼ਨ ਦੀ ਬਡਿੰਗ ਕਾਹਦੀ, ਸੈਕੰਡਰੀ ਪ੍ਰੋਟੋਨੇਮਾ ਦੀ। ਸੈਕੰਡਰੀ ਪ੍ਰੋਟੋਨੇਮਾ ਦੇ ਵਿੱਚ ਫਰੈਗਮੈਂਟੇਸ਼ਨ ਦੀ ਬਡਿੰਗ ਹੋਣ ਦੇ ਨਾਲ ਇਹਨਾਂ ਦੀ ਵੈਜੀਟੇਟਿਵ ਰੀਪਰੋਡਕਸ਼ਨ ਹੁੰਦੀ ਹੈਗੀ। ਅਤੇ ਇਹਨਾਂ ਦੀ ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਆ, ਠੀਕ ਹੈ, ਉਹਦੇ ਵਿੱਚ ਕੀ ਹੈ, ਜਿਹੜੇ ਸੈਕਸ ਆਰਗਨਸ ਹੁੰਦੇ ਨੇ ਐਂਥਰੀਡੀਆ ਅਤੇ ਆਰਕੇਗੋਨੀਆ, ਉਹ ਕੀ ਆ, ਲਿਫੀ ਸ਼ੂਟਸ ਦੇ ਐਪੈਕਸ ਦੇ ਉੱਪਰ, ਲਿਫੀ ਸ਼ੂਟ ਦੇ ਟਿਪ ਦੇ ਉੱਪਰ ਪ੍ਰੈਜ਼ੈਂਟ ਹੁੰਦੇ ਨੇ, ਪ੍ਰੋਡਿਊਸਡ ਹੁੰਦੇ ਨੇ। ਅਤੇ ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜਾ ਜ਼ਾਈਗੋਟ ਆ ਉਹ ਕੀ ਹੈ, ਸਪੋਰੋਫਾਈਟ ਦੇ ਵਿੱਚ ਡਿਵੈਲਪ ਹੋ ਜਾਂਦਾ, ਜਿਹਦੇ ਕੋਲ ਫੁੱਟ, ਸੀਤਾ ਅਤੇ ਕੈਪਸੂਲ ਉਹਦੇ ਬਾਡੀ ਪਾਰਟਸ ਨੇ, ਠੀਕ ਹੈ। ਸਪੋਰੋਫਾਈਟ ਜਿਹੜਾ ਮੋਸਿਸ ਦਾ ਉਹ ਕੀ ਹੈ, ਇਲੈਬੋਰੇਟ, ਉਹ ਜ਼ਿਆਦਾ ਇਲੈਬੋਰੇਟ ਹੁੰਦਾ ਹੈਗਾ ਲਿਵਰ ਵੋਟਸ ਅਤੇ ਸਪੋਰੋਫਾਈਟ ਨਾਲੋਂ, ਕਿਉਂਕਿ ਜ਼ਿਆਦਾ ਡਿਫਰੈਂਸ਼ੀਏਟਡ ਹੁੰਦਾ, ਰਾਈਟ। ਅਤੇ ਕੈਪਸੂਲ ਜਿਹੜਾ ਹੁੰਦਾ ਇਹਨਾਂ ਦਾ, ਕੈਪਸੂਲ ਦੇ ਕੋਲ ਕੀ ਹੁੰਦੇ ਨੇ, ਸਪੋਰਸ ਹੁੰਦੇ ਨੇ, ਠੀਕ ਹੈ। ਕੈਪਸੂਲ ਕੰਟੇਨਸ ਦਾ ਸਪੋਰਸ, ਅਤੇ ਸਪੋਰਸ ਜਿਹੜੇ ਆ ਉਹ ਕੀ ਹੈ, ਮਿਓਸਿਸ ਤੋਂ ਬਾਅਦ ਬਣਦੇ ਨੇ। ਮੋਸਿਸ ਦਾ ਜਿਹੜਾ ਇਲੈਬੋਰੇਟ, ਮੋਸਿਸ ਦੇ ਕੋਲ ਸਪੋਰ ਡਿਸਪਰਸਿਸ ਦੇ ਲਈ ਇਲੈਬੋਰੇਟ ਮੈਕੈਨਿਜ਼ਮ ਹੁੰਦੀ ਹੈ ਕਿ ਪੈਰਿਸਟੋਮਲ ਟੀਥ ਕਹਿੰਦਾ। ਕਾਮਨ ਐਗਜ਼ਾਮਪਲਸ ਕੀ ਨੇ, ਫਿਨਾਰੀਆ, ਪੋਲੀਟ੍ਰਾਈਕਮ ਅਤੇ ਸਵਾਗਨਮ।